ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 25 ਜਨਵਰੀ ਹੈ ਤੇ ਕੱਲ ਨੂੰ 26 ਜਨਵਰੀ ਹੈ। ਗਣਤੰਤਰ ਦਿਹਾੜੇ ਦੀ ਪਰੇਡ ਨਿਕਲਣੀ ਹੈ ਲਾਲ ਕਿਲੇ ਦੇ ਉੱਤੇ ਅਤੇ ਕਿਸਾਨਾਂ ਦੀ ਟਰੈਕਟਰ ਪਰੇਡ ਨਿਕਲਣੀ ਹੈ ਦਿੱਲੀ ਦੀਆਂ ਸੜਕਾਂ ਦੇ ਉੱਤੇ, ਜਿਹੜਾ ਰੂਟ ਮਿੱਥਿਆ ਗਿਆ ਹੈ। ਅੱਜ ਦੇ ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸਾਨ ਏਕਤਾ ਮੋਰਚਾ ਨੇ ਕਿਸਾਨ ਗਣਤੰਤਰ ਪਰੇਡ ਲਈ ਦਿਸ਼ਾ ਨਿਰਦੇਸ਼ ਕੀ ਜਾਰੀ ਕੀਤੇ ਨੇ। ਟਰੈਕਟਰ ਪਰੇਡ ਲਈ ਕਿਸਾਨਾਂ ਨੇ ਕਮਰ ਕੱਸ ਲਈ ਹੈ। ਕਿਸਾਨ ਸੰਸਦ ਸਮਾਗਮ ਦੇ ਵਿੱਚ ਸਿੰਘੂ ਬਾਰਡਰ ਤੇ ਪਹੁੰਚੇ ਕਾਂਗਰਸ ਦੇ ਐਮਪੀ ਰਵਨੀਤ ਬਿੱਟੂ ਦੇ ਨਾਲ ਧੱਕਾ ਮੁੱਕੀ ਹੋਈ ਹੈ। ਕਿਸਾਨ ਮੋਰਚੇ ਨੇ ਹੰਗਾਮੀ ਹਾਲਾਤਾਂ ਦੇ ਲਈ ਵੀ ਪ੍ਰਬੰਧ ਕੀਤੇ ਹੋਏ ਨੇ। ਦਿੱਲੀ ਪੁਲਿਸ ਨੇ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ ਨੇ। ਪੰਜਾਬ ਤੇ ਹਰਿਆਣਾ ਦੇ ਪਿੰਡਾਂ ਦੇ ਪਿੰਡ ਖਾਲੀ ਹੋਣੇ ਸ਼ੁਰੂ ਹੋ ਚੁੱਕੇ ਨੇ ਤੇ ਟਰੈਕਟਰਾਂ ਦੀਆਂ ਡਾਰਾਂ ਸੜਕਾਂ ਦੇ ਉੱਤੇ ਦਿਖ ਰਹੀਆਂ ਨੇ। ਰੇਲ ਗੱਡੀਆਂ ਵੀ ਨੱਕੋ ਨੱਕ ਭਰ ਗਈਆਂ ਨੇ। ਅੱਜ ਮੁੰਬਈ ਦੇ ਵਿੱਚ ਵੀ ਕਿਸਾਨਾਂ ਦੀ ਵੱਡੀ ਰੈਲੀ ਹੋਣੀ ਹੈ ਤੇ ਹਜ਼ਾਰਾਂ ਕਿਸਾਨ ਮੁੰਬਈ ਪਹੁੰਚ ਗਏ ਨੇ। ਜਥੇਬੰਦੀਆਂ ਦੇ ਨਾਲ ਆਖਰੀ ਗੱਲਬਾਤ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਬੈਠਕ ਦੀ ਰਣਨੀਤੀ ਮਿੱਥ ਚੁੱਕੀ ਸੀ। ਇਹ ਕੀ ਖਬਰ ਹੈ ਵਿਚਲੀ, ਇਹ ਵੀ ਤੁਹਾਨੂੰ ਸਾਰੀ ਦੱਸਾਂਗੇ। ਪੰਜਾਬ ਦੀਆਂ ਖਬਰਾਂ ਹੁਣ ਵਿਸਥਾਰ ਦੇ ਨਾਲ ਦੱਸਦੇ ਹਾਂ। ਕਿਸਾਨ ਲੀਡਰਾਂ ਨੇ ਗਣਤੰਤਰ ਪਰੇਡ ਦੇ ਲਈ ਨਿਰਦੇਸ਼ ਜਾਰੀ ਕੀਤੇ ਨੇ। ਕਿਸਾਨ ਲੀਡਰਾਂ ਨੇ ਜੋ ਪ੍ਰੈਸ ਬਿਆਨ ਜਾਰੀ ਕੀਤਾ ਹੈ ਤੇ ਪ੍ਰੈਸ ਕਾਨਫਰੰਸ ਕੀਤੀ ਹੈ, ਉਹ ਅਸੀਂ ਤੁਹਾਨੂੰ ਸਾਰੀ ਇਨਬਿਨ ਦੱਸਦੇ ਹਾਂ ਕਿ ਕਿਹਾ ਕੀ ਹੈ। ਪਰੇਡ ਤੋਂ ਪਹਿਲਾਂ ਕੀ ਤਿਆਰੀ ਕਰਨੀ ਹੈ, ਪਰੇਡ ਦੇ ਦੌਰਾਨ ਕਿਵੇਂ ਰਹਿਣਾ ਹੈ ਤੇ ਐਮਰਜੈਂਸੀ ਦੀ ਜੇ ਲੋੜ ਪਵੇ ਤਾਂ ਕੀ ਕਰਨਾ ਹੈ। ਕਿਸਾਨਾਂ ਨੇ ਕਿਹਾ ਕਿ ਦੋਸਤੋ, ਅਸੀਂ ਇਤਿਹਾਸ ਰਚਣ ਜਾ ਰਹੇ ਹਾਂ। ਅੱਜ ਤੱਕ ਦੇਸ਼ ਦੇ ਵਿੱਚ ਗਣਤੰਤਰ ਦਿਵਸ ਮੌਕੇ ਲੋਕਾਂ ਨੇ ਕਦੇ ਵੀ ਇਸ ਤਰ੍ਹਾਂ ਦੀ ਪਰੇਡ ਨਹੀਂ ਕੀਤੀ। ਸਾਨੂੰ ਇਸ ਪਰੇਡ ਰਾਹੀਂ ਦੇਸ਼ ਤੇ ਦੁਨੀਆ ਨੂੰ ਆਪਣਾ ਦੁੱਖ ਤੇ ਦਰਦ ਦਰਸਾਉਣਾ ਹੈ। 3 ਕਿਸਾਨ ਵਿਰੋਧੀ ਕਾਨੂੰਨਾਂ ਦਾ ਸੱਚ ਦੱਸਣਾ ਹੈ। ਸਾਨੂੰ ਇਹ ਯਾਦ ਰੱਖਣਾ ਪਊਗਾ ਕਿ ਇਸ ਇਤਿਹਾਸਿਕ ਪਰੇਡ ਵਿੱਚ ਕਿਸੇ ਵੀ ਤਰ੍ਹਾਂ ਦਾ ਧੱਬਾ ਨਾ ਲੱਗੇ। ਸਾਡੀ ਜਿੱਤ ਇਸੇ ਵਿੱਚ ਹੈ ਕਿ ਪਰੇਡ ਸ਼ਾਂਤੀਪੂਰਵਕ ਤੇ ਬਿਨਾਂ ਕਿਸੇ ਵਾਰਦਾਤ ਦੇ ਹੋਵੇ। ਯਾਦ ਰੱਖੋ, ਅਸੀਂ ਦਿੱਲੀ ਜਿੱਤਣ ਨਹੀਂ ਜਾ ਰਹੇ, ਅਸੀਂ ਦੇਸ਼ ਦੇ ਲੋਕਾਂ ਦਾ ਦਿਲ ਜਿੱਤਣ ਜਾ ਰਹੇ ਹਾਂ। ਕਿਸਾਨ ਲੀਡਰਾਂ ਨੇ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ ਕਿ ਜੇ ਤੁਹਾਨੂੰ ਕੁਝ ਵੀ ਪੁੱਛਣਾ ਹੈ ਤਾਂ ਤੁਸੀਂ ਇਸ ਨੰਬਰ ਤੇ ਪੁੱਛ ਸਕਦੇ ਹੋ। ਹੈਲਪਲਾਈਨ ਨੰਬਰ ਹੈ 74 28 38 42 30 7428384230। ਇੱਕ ਵਾਰ ਹੋਰ ਦੱਸ ਦਿੰਦੇ ਹਾਂ, 74 28 38 42 30। ਸੋ ਪਰੇਡ ਤੋਂ ਪਹਿਲਾਂ ਤਿਆਰੀ ਕਿਵੇਂ ਕਰਨੀ ਹੈ, ਅੱਜ ਦਾ ਦਿਨ ਬਾਕੀ ਬਚਿਆ ਹੈ। ਸਭ ਤੋਂ ਪਹਿਲੀ ਗੱਲ ਉਹਨਾਂ ਨੇ ਕਿਹਾ ਕਿ ਪਰੇਡ ਦੇ ਵਿੱਚ ਟਰੈਕਟਰ ਤੇ ਹੋਰ ਵਾਹਨ ਚੱਲਣਗੇ ਪਰ ਟਰਾਲੀ ਨਹੀਂ ਜਾਏਗੀ। ਵਿਸ਼ੇਸ਼ ਝਾਕੀਆਂ ਦੇ ਨਾਲ ਜਿਹੜੀਆਂ ਟਰਾਲੀਆਂ ਜਾਣਗੀਆਂ, ਸਿਰਫ ਉਹਨਾਂ ਨੂੰ ਛੂਟ ਹੋਏਗੀ। ਪਰੇਡ ਜਾਣ ਮਗਰੋਂ ਟਰਾਲੀ ਦੀ ਸੁਰੱਖਿਆ ਦਾ ਪ੍ਰਬੰਧ ਕਰਕੇ ਜਾਇਆ ਜਾਵੇ। ਯਾਨੀ ਕਿ ਪਿੱਛੇ ਜਿਹੜੀਆਂ ਤੁਹਾਡੀਆਂ ਟਰਾਲੀਆਂ ਹੈਗੀਆਂ ਨੇ, ਉਹਨਾਂ ਦੀ ਸੁਰੱਖਿਆ ਦਾ ਪ੍ਰਬੰਧ ਹੈ ਜਿਹੜਾ ਉਹ ਤੁਸੀਂ ਕਰਕੇ ਜਾਣਾ ਹੈ। ਆਪਣੇ ਨਾਲ 24 ਘੰਟੇ ਦਾ ਰਾਸ਼ਨ ਪਾਣੀ ਰੱਖ ਕੇ ਲੈ ਕੇ ਜਾਓ। ਜਾਮ ਵਿੱਚ ਫਸਣ ਮਗਰੋਂ ਠੰਡ ਤੋਂ ਸੁਰੱਖਿਆ ਦੇ ਲਈ ਵੀ ਆਪਦੇ ਕੋਲ ਪ੍ਰਬੰਧ ਰੱਖੋ, ਕਿਉਂਕਿ ਜਾਮ ਲੱਗਣਗੇ। ਇਹ ਥੋੜ੍ਹਾ ਪਹਿਲਾਂ ਹੀ ਇਸ ਨੂੰ ਤੁਸੀਂ ਮਨ ਦੇ ਵਿੱਚ ਧਾਰ ਕੇ ਜਾਣਾ ਹੈ। ਸੰਯੁਕਤ ਕਿਸਾਨ ਮੋਰਚੇ ਨੇ ਅਪੀਲ ਕੀਤੀ ਹੈ ਕਿ ਹਰ ਟਰੈਕਟਰ ਜਾਂ ਵਾਹਨ ਨੂੰ ਕਿਸਾਨੀ ਜਥੇਬੰਦੀ ਦੇ ਝੰਡੇ ਦੇ ਨਾਲ ਜਿਹੜਾ ਕੌਮੀ ਝੰਡਾ ਹੈ ਉਹ ਲਾਇਆ ਜਾਵੇ। ਕਿਸੇ ਵੀ ਪਾਰਟੀ ਦਾ ਝੰਡਾ ਨਹੀਂ ਹੋਵੇਗਾ। ਕੋਈ ਹਥਿਆਰ ਆਪਣੇ ਨਾਲ ਨਾ ਲੈ ਕੇ ਜਾਓ। ਸੋਟੀਆਂ ਤੇ ਜੈਲੀ ਨਾ ਚੁੱਕਿਓ। ਕਿਸੇ ਭੜਕਾਊ ਜਾਂ ਨਕਾਰਾਤਮਕ ਨਾਅਰਿਆਂ ਵਾਲੇ ਬੈਨਰ ਵੀ ਨਾ ਲਗਾਇਓ। ਪਰੇਡ ਦੇ ਵਿੱਚ ਆਪਣੀ ਸ਼ਮੂਲੀਅਤ ਬਾਰੇ ਦੱਸਣ ਲਈ ਇੱਕ ਨੰਬਰ ਤੇ ਤੁਸੀਂ ਮਿਸ ਕਾਲ ਦੇਣੀ ਹੈ ਕਿ ਤੁਸੀਂ ਪਰੇਡ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਹੋ। ਇਹ ਮਿਸ ਕਾਲ ਜਿਹੜੇ ਨੰਬਰ ਤੇ ਦੇਣੀ ਹੈ ਉਹ ਹੈ 84 48 38 55 56 844838 5556 84 48 38 555 6। ਇਹ ਤੇ ਕਿਸਾਨਾਂ ਨੇ ਕਿਹਾ ਕਿ ਤੁਸੀਂ ਮਿਸ ਕਾਲ ਕਰਨੀ ਹੈ ਤਾਂ ਕਿ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਪਰੇਡ ਦੇ ਵਿੱਚ ਸ਼ਾਮਿਲ ਹੋ ਰਹੇ ਹੋ। ਹੁਣ ਪਰੇਡ ਦੇ ਦੌਰਾਨ ਕੀ ਹੋਵੇਗਾ, ਇਹ ਤਾਂ ਤੁਸੀਂ ਅੱਜ ਜਿਹੜੀਆਂ ਤਿਆਰੀਆਂ ਨੇ ਕਰ ਲੈਣੀਆਂ ਨੇ, ਉਹ ਤੁਹਾਨੂੰ ਦੱਸੀਆਂ ਗਈਆਂ ਨੇ। ਮਿਸ ਕਾਲ ਵੀ ਅੱਜ ਹੀ ਕਰਨੀ ਹੈ। ਜੇ ਕੁਝ ਨੰਬਰ ਤੇ ਹੈਲਪਲਾਈਨ ਨੰਬਰ ਤੇ ਕੁਝ ਪੁੱਛਣਾ ਹੈ ਤਾਂ ਵੀ ਉਹ 'ਤੇ ਕਾਲ ਕਰਨੀ ਹੈ। ਤੇ ਆਪਣਾ ਜਿਹੜਾ ਰਾਸ਼ਨ ਪਾਣੀ ਉਹ ਵੀ ਤੁਸੀਂ ਰੱਖਣਾ ਹੈ। ਠੰਡ ਤੋਂ ਪ੍ਰਬੰਧ ਵੀ ਤੁਸੀਂ ਰੱਖਣਾ ਹੈ, ਪਰ ਟਰਾਲੀ ਨਹੀਂ ਲੈ ਕੇ ਜਾਣੀ। ਹੁਣ ਟਰੈਕਟਰ ਤੇ ਤੁਸੀਂ ਇੰਨੇ ਪ੍ਰਬੰਧ ਕਿਵੇਂ ਕਰਨੇ ਨੇ, ਇਹ ਵੀ ਚੈਲੰਜ ਹੈ। ਪਰੇਡ ਜਦੋਂ ਚੱਲੇਗੀ, ਸਭ ਤੋਂ ਪਹਿਲਾਂ ਪਰੇਡ ਦੀ ਸ਼ੁਰੂਆਤ ਦੇ ਵਿੱਚ ਕਿਸਾਨ ਲੀਡਰਾਂ ਦੀਆਂ ਗੱਡੀਆਂ ਹੋਣਗੀਆਂ। ਗੱਡੀਆਂ ਦੇ ਮੂਹਰੇ ਕੋਈ ਵੀ ਟਰੈਕਟਰ ਜਾਂ ਵਾਹਨ ਨਹੀਂ ਹੋਏਗਾ। ਯਾਨੀ ਕਿ ਕਿਸਾਨ ਇਸ ਪਰੇਡ ਦੀ ਅਗਵਾਈ ਕਰਨਗੇ, ਲੀਡ ਕਰਨਗੇ। ਹਰੀ ਜੈਕਟ ਪਹਿਨਣ ਵਾਲੇ ਸਾਡੇ ਟ੍ਰੈਫਿਕ ਵਾਲੰਟੀਅਰਾਂ ਦੀ ਹਦਾਇਤਾਂ ਦੀ ਪਾਲਣਾ ਜ਼ਰੂਰ ਕਰਿਓ। ਪਰੇਡ ਦਾ ਰੂਟ ਤੈਅ ਕੀਤਾ ਗਿਆ। ਇਹਦੇ ਨਿਸ਼ਾਨ ਵੀ ਹੋਣਗੇ। ਅੱਜ ਇਹ ਸਾਰੀ ਨਿਸ਼ਾਨਦੇਹੀ ਕਰਵਾ ਦਿੱਤੀ ਜਾਏਗੀ। ਪੁਲਿਸ ਤੇ ਟ੍ਰੈਫਿਕ ਵਾਲੰਟੀਅਰ ਨੇ ਜਿਹੜੇ ਉਹ ਤੁਹਾਡੀ ਅਗਵਾਈ ਕਰਨਗੇ। ਰਾਹ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰਨ ਵਾਲੇ ਵਾਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਯਾਨੀ ਕਿ ਉਸੇ ਲਾਈਨ ਦੇ ਵਿੱਚ ਤੁਸੀਂ ਚੱਲਣਾ ਹੈ, ਪੂਰੇ ਜ਼ਾਬਤੇ ਦੇ ਵਿੱਚ ਰਹਿਣਾ ਹੈ। ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਹੈ ਕਿ ਜੇ ਕੋਈ ਵਾਹਨ ਬਿਨਾਂ ਕਾਰਨ ਸੜਕ ਉੱਤੇ ਰੁਕਣ ਦੀ ਕੋਸ਼ਿਸ਼ ਕਰਦਾ ਹੈ ਜਾਂ ਰਾਹ ਵਿੱਚ ਡੇਰਾ ਲਾਉਂਦਾ ਹੈ
ਤਾਂ ਵਲੰਟੀਅਰ ਉਹਨਾਂ ਨੂੰ ਹਟਾ ਦੇਵੇਗਾ। ਸਾਰੇ ਵਾਹਨ ਪਰੇਡ ਨੂੰ ਪੂਰਾ ਕਰਨ ਤੋਂ ਬਾਅਦ ਵਾਪਸ ਆਪੋ ਆਪਣੀਆਂ ਥਾਵਾਂ ਤੇ ਉੱਥੇ ਹੀ ਪਹੁੰਚਣਗੇ ਜਿੱਥੋਂ ਪਰੇਡ ਸ਼ੁਰੂ ਹੋਈ ਸੀ। ਇੱਕ ਟਰੈਕਟਰ ਦੇ ਵਿੱਚ ਡਰਾਈਵਰ ਸਮੇਤ ਘੱਟੋ ਘੱਟ 5 ਲੋਕ ਹੋਣਗੇ। ਕੋਈ ਵੀ ਬੋਨਟ, ਬੰਪਰ ਜਾਂ ਛੱਤ ਉੱਤੇ ਨਹੀਂ ਬੈਠੇਗਾ। ਸੋ ਪਹਿਲਾਂ ਜਿਹੜੀ ਇਹ ਗਿਣਤੀ ਸੀ ਕਿ 3 ਹੋਣੇ ਚਾਹੀਦੇ ਨੇ, ਹੁਣ ਘੱਟੋ ਘੱਟ 5 ਲੋਕ ਹੋਣਗੇ। ਵੱਧ ਤੋਂ ਵੱਧ ਦੀ ਕੋਈ ਗਿਣਤੀ ਨਹੀਂ ਦੱਸੀ ਗਈ ਹੈ। ਸਾਰੇ ਟਰੈਕਟਰ ਆਪਣੀ ਲਾਈਨ ਦੇ ਵਿੱਚ ਚੱਲਣਗੇ। ਕੋਈ ਦੌੜ ਹੈ ਜਿਹੜੀ ਉਹ ਵੀ ਨਹੀਂ ਕੀਤੀ ਜਾਏਗੀ, ਦੌੜ ਨਹੀਂ ਲਾਈ ਜਾਏਗੀ। ਪਰੇਡ ਦੇ ਵਿੱਚ ਕਿਸਾਨ ਆਪਣੀਆਂ ਕਾਰਾਂ ਮੂਹਰੇ ਕੱਢਣ ਦੀ ਕੋਸ਼ਿਸ਼ ਨਹੀਂ ਕਰਨਗੇ ਜਾਂ ਫਿਰ ਲੀਡਰਾਂ ਦੇ ਵਾਹਨਾਂ ਦੇ ਮੂਹਰੇ ਜਾਣ ਦੀ ਕੋਸ਼ਿਸ਼ ਨਹੀਂ ਕਰਨਗੇ। ਟਰੈਕਟਰ ਤੇ ਆਪਣੇ ਆਡੀਓ ਡੈਕ ਨੂੰ ਨਾ ਚਲਾਇਓ। ਇਸ ਦੇ ਨਾਲ ਬਾਕੀ ਲੋਕਾਂ ਨੂੰ ਮੋਰਚੇ ਦੀ ਆਡੀਓ ਤੋਂ ਨਿਰਦੇਸ਼ਾਂ ਨੂੰ ਸੁਣਨਾ ਮੁਸ਼ਕਿਲ ਹੋਏਗਾ। ਸੋ ਇਹ ਬਹੁਤ ਅਹਿਮ ਗੱਲ ਹੈ। ਜਿਵੇਂ ਕੱਲ੍ਹ ਨੇ ਜਿਹੜੇ ਬਹੁਤ ਸਾਰੇ ਕਿਸਾਨ ਨੇ, ਨੌਜਵਾਨ ਨੇ, ਉਹ ਜਿਹੜੇ ਮਾਈਕ ਜ਼ਰੂਰ ਖਰੀਦ ਰਹੇ ਸੀ, ਹੌਰਨ ਖਰੀਦ ਰਹੇ ਸੀ। ਇੱਕ ਜਿਹੜੇ ਨਿੱਕੇ ਲਾਲ ਰੰਗ ਦੇ ਮਾਈਕ ਤੁਸੀਂ ਸਾਰਿਆਂ ਨੇ ਦੇਖੇ ਹੋਣਗੇ, ਉਹ ਖਰੀਦੇ ਜਾ ਰਹੇ ਸੀ ਤਾਂ ਕਿ ਦਿਸ਼ਾ ਨਿਰਦੇਸ਼ ਵਲੰਟੀਅਰਾਂ ਨੇ ਦੇਣੇ ਨੇ। ਵਲੰਟੀਅਰਸ ਦੇ ਵੱਲੋਂ ਹੀ ਇਹ ਖਰੀਦੇ ਜਾ ਰਹੇ ਸੀ। ਸੋ ਕਿਸਾਨਾਂ ਨੇ ਖਾਸ ਅਪੀਲ ਕੀਤੀ ਹੈ ਕਿ ਆਪਣੇ ਟਰੈਕਟਰ ਦੇ ਉੱਤੇ ਡੈਕ ਨਾ ਵਜਾਇਓ ਤਾਂ ਕਿ ਮੋਰਚੇ ਦੇ ਵਿੱਚ ਤੁਸੀਂ ਸ਼ਾਮਲ ਹੋ ਤਾਂ ਤੁਹਾਨੂੰ ਜਿਹੜੀਆਂ ਹਦਾਇਤਾਂ ਨੇ ਉਹ ਸੁਣਦੀਆਂ ਰਹਿਣ, ਨਿਰਦੇਸ਼ ਸੁਣਦੇ ਰਹਿਣ। ਪਰੇਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵਰਜਿਤ ਹੋਏਗਾ। ਜੇ ਤੁਸੀਂ ਕਿਸੇ ਨੂੰ ਨਸ਼ਾ ਕਰਦੇ ਹੋਏ ਦੇਖਦੇ ਹੋ ਤਾਂ ਇਸ ਦੀ ਰਿਪੋਰਟ ਨੇੜਲੇ ਟ੍ਰੈਫਿਕ ਵਲੰਟੀਅਰ ਨੂੰ ਜ਼ਰੂਰ ਦਿਓ, ਜਿਹੜੇ ਕਿ ਕਿਸਾਨਾਂ ਦੇ ਹਰੀਆਂ ਜੈਕਟਾਂ ਪਹਿਨੀ ਵਲੰਟੀਅਰ ਨਾਲ ਤੁਰਨਗੇ। ਅੱਗੇ ਉਹਨਾਂ ਨੇ ਕਿਹਾ ਕਿ ਯਾਦ ਰੱਖਿਓ, ਅਸੀਂ ਗਣਤੰਤਰ ਦਿਵਸ ਦਾ ਮਾਣ ਵਧਾਉਣਾ ਹੈ, ਜਨਤਾ ਦਾ ਦਿਲ ਜਿੱਤਣਾ ਹੈ। ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਓ ਕਿ ਔਰਤਾਂ ਦੇ ਨਾਲ ਆਦਰ ਸਤਿਕਾਰ ਦੇ ਨਾਲ ਪੇਸ਼ ਆਉਣਾ ਹੈ। ਪੁਲਿਸ ਵਾਲਾ ਵੀ ਵਰਦੀ ਪਹਿਨਿਆ ਹੋਇਆ ਇੱਕ ਕਿਸਾਨ ਹੀ ਹੈ, ਉਹਦੇ ਨਾਲ ਝਗੜਾ ਨਹੀਂ ਕਰਨਾ। ਮੀਡੀਆ ਵਾਲੇ ਚਾਹੇ ਜਿਹੜੇ ਵੀ ਚੈਨਲ ਤੋਂ ਹੋਣ, ਉਹਨਾਂ ਦੇ ਨਾਲ ਕੋਈ ਵੀ ਦੁਰਵਿਵਹਾਰ ਨਹੀਂ ਕਰਨਾ। ਕੂੜਾ ਸੜਕ ਦੇ ਉੱਤੇ ਨਹੀਂ ਸੁੱਟਣਾ। ਕੂੜਾ ਕਰਕਟ ਪਾਉਣ ਦੇ ਲਈ ਆਪਣੇ ਨਾਲ ਇੱਕ ਬੈਗ ਜ਼ਰੂਰ ਰੱਖਣਾ ਹੈ। ਸੋ ਇਹ ਜਿਹੜੇ ਪਰੇਡ ਦੇ ਦੌਰਾਨ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ, ਇਹਨਾਂ ਦੀ ਪਾਲਣਾ ਜ਼ਰੂਰੀ ਤੌਰ ਤੇ ਕਰਨੀ ਹੈ। ਹੁਣ ਗੱਲ ਆ ਜਾਂਦੀ ਹੈ ਐਮਰਜੈਂਸੀ ਦੀ। ਐਮਰਜੈਂਸੀ ਸਹੂਲਤਾਂ ਵੀ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਲਈ ਉਹਨਾਂ ਨੇ ਕਿਹਾ ਕਿ ਘਬਰਾਉਣਾ ਨਹੀਂ ਹੈ। ਜੇ ਕੋਈ ਸਮੱਸਿਆ ਆਉਂਦੀ ਹੈ ਤਾਂ ਕੁਝ ਨਿਰਦੇਸ਼ਾਂ ਦਾ ਤੁਸੀਂ ਪਾਲਣ ਕਰਨਾ ਹੈ। ਇਹ ਸਾਰਿਆਂ ਦੇ ਲਈ ਸੁਣਨੇ ਬੜੇ ਜ਼ਰੂਰੀ ਨੇ। ਸਭ ਤੋਂ ਪਹਿਲੀ ਗੱਲ, ਕਿਸੇ ਵੀ ਅਫਵਾਹ ਨੂੰ ਨਜ਼ਰ ਅੰਦਾਜ਼ ਕਰ ਦਿਓ। ਜੇ ਤੁਸੀਂ ਕੁਝ ਚੈੱਕ ਕਰਨਾ ਚਾਹੁੰਦੇ ਹੋ ਤਾਂ ਕਿਸਾਨ ਏਕਤਾ ਮੋਰਚਾ ਨਾਮ ਦਾ ਫੇਸਬੁੱਕ ਪੇਜ ਬਣਿਆ, ਇੰਸਟਾਗ੍ਰਾਮ ਬਣਿਆ, ਟਵਿੱਟਰ ਜਾਂ ਫਿਰ ਵੈਬਸਾਈਟ, ਉੱਥੇ ਜਾ ਕੇ ਤੁਸੀਂ ਤੱਥ ਦੀ ਪੜਤਾਲ ਕਰੋ। ਜੇ ਕੋਈ ਅਫਵਾਹ ਤੁਹਾਨੂੰ ਲੱਗਦਾ ਫੈਲ ਰਹੀ ਹੈ, ਕੋਈ ਨੈਗੇਟਿਵ ਗੱਲ ਫੈਲ ਰਹੀ ਹੈ, ਤਾਂ ਤੁਸੀਂ ਕਿਸਾਨ ਏਕਤਾ ਮੋਰਚਾ ਦਾ ਜਿਹੜਾ IT ਸੈੱਲ ਹੈ ਉਹ ਲਗਾਤਾਰ ਐਕਟਿਵ ਰਹੇਗਾ, ਸੰਪਰਕ ਦੇ ਵਿੱਚ ਰਹੇਗਾ ਅਤੇ ਉਸ ਦੇ ਉੱਤੇ ਤੁਸੀਂ ਲਗਾਤਾਰ ਚੈੱਕ ਕਰਦੇ ਰਹਿਣਾ। ਪਰੇਡ ਦੇ ਵਿੱਚ ਐਂਬੂਲੈਂਸਾਂ ਦਾ ਪ੍ਰਬੰਧ ਹੋਏਗਾ, ਹਸਪਤਾਲਾਂ ਦੇ ਵੀ ਪ੍ਰਬੰਧ ਕੀਤੇ ਗਏ ਨੇ। ਜੇ ਕੋਈ ਮੈਡੀਕਲ ਐਮਰਜੈਂਸੀ ਹੈ ਤਾਂ ਜਿਹੜਾ ਹੈਲਪਲਾਈਨ ਨੰਬਰ ਤੁਹਾਨੂੰ ਦੱਸਿਆ 74 28 38 42 30, ਉਸ 'ਤੇ ਕਾਲ ਕਰਕੇ ਜਾਂ ਫਿਰ ਆਪਣੇ ਨੇੜਲੇ ਵਲੰਟੀਅਰ ਨੂੰ ਜ਼ਰੂਰ ਦੱਸੋ, ਕਿਉਂਕਿ ਵਲੰਟੀਅਰ ਨੇ ਜਿਹੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਤੈਨਾਤ ਕੀਤੇ ਜਾਣਗੇ। ਟਰੈਕਟਰ ਜਾਂ ਗੱਡੀ ਖਰਾਬ ਹੋਣ ਦੀ ਹਾਲਤ ਵਿੱਚ ਇਸ ਨੂੰ ਬਿਲਕੁਲ ਸਾਈਡ 'ਤੇ ਲਾ ਕੇ ਵਲੰਟੀਅਰ ਦੇ ਨਾਲ ਸੰਪਰਕ ਕਰੋ ਜਾਂ ਫਿਰ ਹੈਲਪਲਾਈਨ 'ਤੇ ਕਾਲ ਕਰੋ। ਕਿਸਾਨਾਂ ਨੇ ਦੱਸਿਆ ਸੰਯੁਕਤ ਕਿਸਾਨ ਮੋਰਚੇ ਦਾ ਹੈਲਪਲਾਈਨ ਨੰਬਰ 24 ਘੰਟੇ ਇਸ ਪਰੇਡ ਦੇ ਲਈ ਖੁੱਲ੍ਹਾ ਰਹੇਗਾ। ਜੇ ਤੁਹਾਨੂੰ ਕੋਈ ਪ੍ਰਸ਼ਨ ਪੁੱਛਣਾ ਹੈ ਜਾਂ ਕੁਝ ਦੱਸਣਾ ਹੈ ਤਾਂ ਇਹ 'ਤੇ ਤੁਰੰਤ ਤੁਸੀਂ ਕਾਲ ਕਰਨੀ ਹੈ, ਤੁਹਾਡੀ ਕਾਲ ਚੱਕੀ ਜਾਏਗੀ। ਜੇ ਕੋਈ ਘਟਨਾ ਵਾਪਰਦੀ ਹੈ ਤਾਂ ਤੁਸੀਂ ਇਸ ਬਾਰੇ ਕੰਟਰੋਲ ਰੂਮ ਨੂੰ 112 ਨੰਬਰ 'ਤੇ ਰਿਪੋਰਟ ਕਰ ਸਕਦੇ ਹੋ। ਤੇ ਇੱਕ ਪੁਲਿਸ ਦੇ ਵੱਲੋਂ ਜਿਹੜੀ ਹੈਲਪ ਦਿੱਤੀ ਜਾ ਰਹੀ ਹੈ, ਜੇ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਬਾਰੇ ਤੁਸੀਂ ਪੁਲਿਸ ਕੰਟਰੋਲ ਰੂਮ ਨੂੰ 112 ਨੰਬਰ 'ਤੇ ਰਿਪੋਰਟ ਕਰ ਸਕਦੇ ਹੋ। ਯਾਨੀ ਕਿ ਦਿੱਲੀ ਪੁਲਿਸ ਦਾ ਨੰਬਰ ਹੈਗਾ ਆ 112 ਨੰਬਰ, ਇਸ 'ਤੇ ਤੁਸੀਂ ਪੁਲਿਸ ਕੰਟਰੋਲ ਰੂਮ ਨੂੰ ਜਿਹੜਾ ਹੈ ਜਾਣਕਾਰੀ ਦੇ ਸਕਦੇ ਹੋ। ਸੋ ਇਹ ਸਾਰੀਆਂ ਜਿਹੜੀਆਂ ਦਿਸ਼ਾ ਨਿਰਦੇਸ਼ ਕਿਸਾਨਾਂ ਨੇ ਦਿੱਤੇ ਨੇ, ਇਹਨਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ ਤੇ ਸ਼ਾਂਤਮਈ ਜ਼ਰੂਰ ਰਹਿਣਾ। ਇਹ ਕਿਸਾਨਾਂ ਨੇ ਵਾਰ-ਵਾਰ ਅਪੀਲ ਕੀਤੀ ਹੈ ਕਿ ਕਿਸੇ ਵੀ ਤੈਸ਼ ਦੇ ਵਿੱਚ ਨਹੀਂ ਆਉਣਾ। ਜੇ ਤੁਹਾਨੂੰ ਕੋਈ ਭੜਕਾਉਣ ਦੀ ਕੋਸ਼ਿਸ਼ ਵੀ ਕਰੇ ਤਾਂ ਵੀ ਤੁਸੀਂ ਚੁੱਪਚਾਪ ਰਹਿਣਾ ਹੈ। ਇਹ ਤੁਸੀਂ ਆਪਣੇ ਆਪ 'ਤੇ ਕੰਟਰੋਲ ਕਰਨਾ, ਇੱਕ ਵੱਡਾ ਚੈਲੰਜ ਹੈ ਤੇ ਲੋਕਾਂ ਨੂੰ, ਦੁਨੀਆ ਭਰ ਦੇ ਲੋਕਾਂ ਦੀਆਂ ਨਜ਼ਰਾਂ ਹੈਗੀਆਂ ਨੇ। ਬਲਵੀਰ ਸਿੰਘ ਰਾਜੇਵਾਲ ਨੇ ਕੱਲ੍ਹ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਦੀ ਜਾਣਕਾਰੀ ਦੇ ਮੁਤਾਬਿਕ 1000 ਨਿਊਜ਼ ਚੈਨਲ, ਜਿਨ੍ਹਾਂ ਦੇ ਵਿੱਚ ਕੌਮਾਂਤਰੀ ਚੈਨਲ ਵੀ ਹੈਗੇ ਨੇ, ਡਿਸਕਵਰੀ ਵਰਗੇ ਚੈਨਲ ਨੇ, BBC ਪਹਿਲੇ ਦਿਨ ਤੋਂ ਰਿਪੋਰਟਿੰਗ ਕਰ ਰਿਹਾ। ਸੋ ਪੰਜਾਬ ਦੇ ਕਿੰਨੇ ਚੈਨਲ ਨੇ, ਫਿਰ ਭਾਰਤ ਦੇ ਕਿੰਨੇ ਚੈਨਲ ਨੇ ਤੇ ਇੰਟਰਨੈਸ਼ਨਲ ਲੈਵਲ 'ਤੇ ਵਿਦੇਸ਼ਾਂ ਦੇ ਕੌਮਾਂਤਰੀ ਜਿਹੜੇ ਚੈਨਲ ਨੇ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ। ਕਿਸਾਨਾਂ ਨੇ ਵਾਰ-ਵਾਰ ਅਪੀਲ ਕੀਤੀ ਹੈ ਕਿ ਛਵੀ ਹੈ ਜਿਹੜੀ ਉਹ ਆਪਣੀ ਬਹੁਤ ਵਧੀਆ ਤਰੀਕੇ ਦੇ ਨਾਲ ਦਿਖਾਉਣੀ ਹੈ। ਸਾਬਕਾ ਫੌਜੀ ਵੀ ਦਾਅਵਾ ਕਰ ਰਹੇ ਨੇ ਕਿ ਅਸੀਂ ਵੀ ਇਸ ਪਰੇਡ ਦੇ ਵਿੱਚ ਸ਼ਾਮਿਲ ਹਾਂ। ਫੌਜ ਦੇ ਵਿੱਚ ਰਹੇ ਨੇ, ਉਹਨਾਂ ਨੂੰ ਡਿਸਪਲਿਨ ਦਾ ਜ਼ਿਆਦਾ ਪਤਾ ਹੈ। ਉਹ ਵੀ ਆਪਣੇ ਵਲੰਟੀਅਰਸ, ਆਪਣੇ ਆਪ ਨੂੰ ਵਲੰਟੀਅਰਸ ਦੀ ਤਰ੍ਹਾਂ
ਆਪਣੇ ਆਪ ਨੂੰ ਪੇਸ਼ ਕਰਨਗੇ। ਸੋ ਕਿਸਾਨਾਂ ਨੇ ਅਪੀਲ ਕੀਤੀ ਹੈ ਕਿ ਹਰ ਇੱਕ ਕਿਸਾਨ ਜਿਹੜਾ ਇਸ ਪਰੇਡ ਦੇ ਵਿੱਚ ਸ਼ਾਮਿਲ ਹੋਏਗਾ ਉਹ ਆਪਣੇ ਆਪ ਨੂੰ ਵੋਲੰਟੀਅਰ ਦੇ ਵਜੋਂ, ਆਪਣੇ ਆਪ ਨੂੰ ਲੀਡਰ ਦੇ ਵਜੋਂ ਮੰਨ ਕੇ ਆਪਣੀ ਜ਼ਿੰਮੇਵਾਰੀ ਦੇ ਨਾਲ ਪਰੇਡ ਦੇ ਵਿੱਚ ਜਾਵੇ। ਅਗਵਾਈ ਇੱਥੇ ਜ਼ਰੂਰ ਹੈ, ਪਰ ਤੁਹਾਡੇ ਹੀ ਭਰਾਵਾਂ ਦੀ ਅਗਵਾਈ ਹੈ, ਤੁਹਾਡੀਆਂ ਭੈਣਾਂ ਦੀ ਅਗਵਾਈ ਹੈ, ਪਰ ਹਰ ਕਿਸੇ ਨੇ ਆਪਣੀ ਡਿਊਟੀ ਆਪ ਸਾਂਭਣੀ ਹੈ ਤਾਂ ਕਿ ਪਰੇਡ ਸਫਲ ਹੋ ਸਕੇ। ਤੇ ਇੱਕ ਬਲਦੇਵ ਸਿੰਘ ਸਿਰਸਾ ਨੇ ਖਾਸ ਅਪੀਲ ਕੀਤੀ ਹੈ ਕਿ ਆਪਣੇ ਟਰੈਕਟਰ ਤੇ ਕਿਸੇ ਵੀ ਅਣਜਾਣ ਵਿਅਕਤੀ ਨੂੰ ਨਹੀਂ ਬਿਠਾਉਣਾ, ਚਾਹੇ ਉਹ ਤੁਹਾਡੇ ਨੇੜਲੇ ਪਿੰਡ, ਸ਼ਹਿਰ, ਕਿਤੋਂ ਦਾ ਵੀ ਹੋਵੇ, ਅਣਜਾਣ ਨੂੰ ਨਹੀਂ ਬਿਠਾਉਣਾ ਤਾਂ ਕਿ ਕਿਸੇ ਸ਼ਰਾਰਤ ਹੋਣ ਤੋਂ ਬਚਿਆ ਜਾ ਸਕੇ। ਹੈਲਪਲਾਈਨ ਨੰਬਰ ਤੁਹਾਨੂੰ ਫੇਰ ਦੱਸ ਦਿੰਦੇ ਹਾਂ ਕਿ ਜੇ ਤੁਸੀਂ ਤੁਹਾਨੂੰ ਮਦਦ ਚਾਹੀਦੀ ਹੈ 74 28 38 42 30 ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਹੁਣ ਪੁਲਿਸ ਦੀ ਜਾਣਕਾਰੀ ਦੇ ਦਈਏ। ਪੁਲਿਸ ਇੰਟੈਲੀਜੈਂਸ ਦੇ ਵਿਸ਼ੇਸ਼ ਕਮਿਸ਼ਨਰ ਦੀਪਿੰਦਰ ਪਾਠਕ ਨੇ ਕਿਸਾਨ ਲੀਡਰਾਂ ਦੇ ਨਾਲ ਮੁਲਾਕਾਤਾਂ ਤੋਂ ਬਾਅਦ ਦਿੱਲੀ ਗਣਤੰਤਰ ਦਿਵਸ ਤੇ ਕਿਸਾਨ ਟਰੈਕਟਰ ਰੈਲੀ ਦੇ ਸੰਬੰਧ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਕਿਸਾਨਾਂ ਦੀ ਕਿਸਾਨ ਟਰੈਕਟਰ ਪਰੇਡ ਹੈ ਜਿਹੜੀ ਉਹ ਗਣਤੰਤਰ ਦਿਵਸ ਪਰੇਡ ਖਤਮ ਹੋਣ ਤੋਂ ਬਾਅਦ ਹੀ ਸ਼ੁਰੂ ਹੋਵੇਗੀ। ਰਾਜਪਥ ਤੇ ਪਹਿਲਾਂ ਗਣਤੰਤਰ ਦਿਹਾੜੇ ਦੀ ਪਰੇਡ ਹੋਏਗੀ, ਉਸ ਤੋਂ ਬਾਅਦ ਹੀ ਕਿਸਾਨ ਗਣਤੰਤਰ ਪਰੇਡ ਹੋਏਗੀ। ਪ੍ਰੈਸ ਕਾਨਫਰੰਸ ਦੌਰਾਨ ਪਾਠਕ ਨੇ ਦੱਸਿਆ ਕਿ ਕਿਸਾਨਾਂ ਨੂੰ ਕੇਂਦਰੀ ਦਿੱਲੀ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਏਗਾ। ਉਹਨਾਂ ਦੀ ਮੌਜੂਦਗੀ ਸ਼ਹਿਰ ਦੀ ਸਰਹੱਦ ਨੇੜਲੇ ਇਲਾਕਿਆਂ ਤੱਕ ਸੀਮਿਤ ਰਹੇਗੀ। ਇਸੇ ਤਰ੍ਹਾਂ ਗਾਜ਼ੀਪੁਰ, ਸਿੰਘੂ ਤੇ ਟਿੱਕਰੀ ਹੱਦ ਤੋਂ 3 ਸਰਕੂਲਰ ਰੂਟ ਦਿੱਲੀ ਪੁਲਿਸ ਵੱਲੋਂ ਤਜਵੀਜ਼ ਕੀਤੇ ਗਏ ਨੇ। 100 ਕਿਲੋਮੀਟਰ ਤੋਂ ਵੱਧ ਦਾ ਰਾਹ ਕੌਮੀ ਰਾਜਧਾਨੀ ਦੀ ਹੱਦ ਵਿੱਚ ਹੈ। ਰੈਲੀ ਲਈ ਉੱਚ ਪੱਧਰੀ ਸੁਰੱਖਿਆ ਹੋਵੇਗੀ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਸਮਾਜ ਵਿਰੋਧੀ ਅੰਸਰ ਗੜਬੜੀ ਨਾ ਕਰ ਸਕਣ। ਤੇ ਇੱਕ ਅਹਿਮ ਗੱਲ ਹੈ ਕਿ ਜਿਹੜੀ ਪਰੇਡ ਹੈ ਉਹ 12 ਕੁ ਵਜੇ ਤੋਂ ਬਾਅਦ ਹੀ ਸ਼ੁਰੂ ਹੋਵੇਗੀ। ਉਹਨਾਂ ਨੇ ਕਿਹਾ ਸੀ ਰੈਲੀ ਵਿੱਚ ਸੁਰੱਖਿਅਤ ਮਾਹੌਲ ਬਣਾਉਣ ਲਈ ਕਿਸਾਨਾਂ ਨਾਲ ਮਿਲ ਕੇ ਕੰਮ ਕਰਾਂਗੇ। ਸਾਨੂੰ ਵਿਸ਼ਵਾਸ ਹੈ ਕਿਸਾਨ ਉਸ ਰਾਹ ਤੋਂ ਹੀ ਬਾਹਰ ਨਿਕਲਣਗੇ ਜਿੱਥੋਂ ਦਾਖਲ ਹੋਏ ਸੀ ਤੇ ਰਾਜਧਾਨੀ ਅੰਦਰ ਕੋਈ ਭੰਬਲ ਭੂਸਾ ਪੈਦਾ ਕਰਨ ਦੀ ਕੋਸ਼ਿਸ਼ ਨਹੀਂ ਕਰਨਗੇ। ਅਧਿਕਾਰੀਆਂ ਨੇ ਅੰਦਾਜ਼ਾ ਲਾਇਆ ਕਿ ਲਗਭਗ 12-13 ਹਜ਼ਾਰ ਟਰੈਕਟਰ ਹੈਗੇ ਨੇ ਜਿਹੜੇ ਉਹ ਇਸ ਵਕਤ ਦਿੱਲੀ ਦੀਆਂ ਹੱਦਾਂ ਤੇ ਮੌਜੂਦ ਹਨ। ਅੰਦਾਜ਼ਾ ਹੈ ਕਿ ਥੋੜੇ ਸਮੇਂ ਵਿੱਚ ਹੀ ਗਿਣਤੀ ਵੱਧ ਜਾਏਗੀ। ਟਰੈਕਟਰ ਰੈਲੀ ਟਿਕਰੀ, ਸਿੰਘੂ ਤੇ ਗਾਜ਼ੀਪੁਰ ਹੱਦਾਂ ਤੋਂ ਦਿੱਲੀ ਵਿੱਚ ਦਾਖਲ ਹੋਵੇਗੀ। ਪਰੇਡ ਖਤਮ ਹੋਣ ਤੋਂ ਬਾਅਦ ਆਪੋ ਆਪਣੇ ਥਾਵਾਂ ਤੇ ਵਾਪਸ ਮੁੜ ਜਾਏਗੀ। ਹੁਣ ਰੂਟ ਤੁਹਾਨੂੰ ਦੱਸ ਦਿੰਦੇ ਹਾਂ ਕਿ ਰੂਟ ਕਿਹੜੇ-ਕਿਹੜੇ ਤੈਅ ਕੀਤੇ ਗਏ ਨੇ ਤੇ ਕਿਹੜੇ-ਕਿਹੜੇ ਫਾਈਨਲ ਹੋਏ ਨੇ। ਬਾਹਰੀ ਰਿੰਗ ਰੋਡ ਤੇ ਇਹ ਪਰੇਡ ਹੈ ਜਿਹੜੀ ਉਹ ਨਹੀਂ ਹੋਏਗੀ, ਇਹ ਜ਼ਾਹਿਰ ਹੋ ਚੁੱਕਿਆ ਤੇ ਕਿਸਾਨ ਲੀਡਰਾਂ ਨੇ ਵੀ ਅਪੀਲ ਕੀਤੀ ਹੈ ਕਿ ਸਾਡਾ ਮਕਸਦ ਸੀ ਦਿੱਲੀ ਅੰਦਰ ਦਾਖਲ ਹੋਣਾ, ਸਰਕਾਰ ਦੀ ਅੜੀ ਭੰਨਣਾ, ਉਹ ਅਸੀਂ ਭੰਨ ਚੁੱਕੇ ਹਾਂ। ਦਿੱਲੀ ਪੁਲਿਸ ਖੁਦ ਬੈਰੀਕੇਡ ਹਟਾਏਗੀ। ਇਸ ਤੋਂ ਵੱਡੀ ਜਿੱਤ ਹੈ ਜਿਹੜੀ ਇਹ ਇੱਕ ਸਾਡੀ ਵੱਡੀ ਜਿੱਤ ਹੈ, ਇਹ ਕਿਸਾਨਾਂ ਨੇ ਕਿਹਾ। ਅਪੀਲ ਕੀਤੀ ਹੈ ਕਿ ਜਿਹੜਾ ਰੂਟ ਹੁਣ ਡਿਸਾਈਡ ਹੋਇਆ ਉਹਦੇ ਤੇ ਹੀ ਅਸੀਂ ਜਾਣਾ ਹੈ, ਕੋਈ ਵੀ ਰੌਲਾ ਰੱਪਾ ਨਹੀਂ ਪਾਉਣਾ। ਸਿੰਘੂ ਬਾਰਡਰ ਤੋਂ ਪਹਿਲਾਂ ਕਾਂਝਾਵਾਲਾ, ਬਵਾਨਾ, ਅਚੰਡੀ ਹੱਦ KMP ਐਕਸਪ੍ਰੈਸ ਵੇ ਤੋਂ ਹੁੰਦੀ ਹੋਈ ਵਾਪਸ ਸਿੰਘੂ ਬਾਰਡਰੇ ਪਰੇਡ ਪਹੁੰਚੇਗੀ। ਟਿੱਕਰੀ ਸਰਹੱਦ ਤੋਂ ਪਰੇਡ ਸ਼ੁਰੂ ਹੋ ਕੇ ਨਾਂਗਲੋਈ ਜਾ ਕੇ ਨਜ਼ਫਗੜ੍ਹ ਤੇ ਪੱਛਮੀ ਪੈਰੀਫੇਰੀਅਲ ਐਕਸਪ੍ਰੈਸ ਵੇ ਰਾਹੀਂ ਲੰਘੇਗੀ ਤੇ ਵਾਪਸ ਟਿੱਕਰੀ ਬਾਰਡਰ ਪਹੁੰਚੇਗੀ। ਗਾਜ਼ੀਪੁਰ ਹੱਦ ਤੋਂ ਇਹ ਰੈਲੀ ਕੁੰਡਲੀ ਤੋਂ ਗਾਜ਼ੀਆਬਾਦ ਤੋਂ ਪਲਵਲ ਐਕਸਪ੍ਰੈਸ ਵੇ ਤੋਂ ਲੰਘਦੀ ਹੋਈ ਆਪਣੇ ਥਾਂ ਤੇ ਵਾਪਸ ਆ ਜਾਏਗੀ। ਸੋ ਗਣਤੰਤਰ ਦਿਵਸ ਤੋਂ 2 ਦਿਨ ਪਹਿਲਾਂ ਹੀ ਦਿੱਲੀ ਪੁਲਿਸ ਨੇ ਕਿਸਾਨਾਂ ਦੀ ਟਰੈਕਟਰ ਪਰੇਡ ਲਈ ਕੱਲ ਯਾਨੀ ਕਿ ਐਤਵਾਰ ਨੂੰ ਬੈਰੀਕੇਡਿੰਗ ਹਟਾਉਣੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਕਰੇਨਾਂ ਦੀ ਮਦਦ ਨਾਲ ਟਿੱਕਰੀ ਬਾਰਡਰ ਤੋਂ ਭਾਰੇ ਪੱਥਰ ਹਟਾ ਕੇ ਦਿੱਲੀ ਰੋਹਤਕ ਸੜਕ ਆਵਾਜਾਈ ਲਈ ਖੋਲ੍ਹ ਦਿੱਤੀ ਹੈ। ਪੁਲਿਸ ਨੇ ਸੰਘਰਸ਼ੀਲ ਕਿਸਾਨਾਂ ਨੂੰ ਕੌਮੀ ਰਾਜਧਾਨੀ ਵਿੱਚ ਦਾਖਲ ਹੋਣ ਤੋਂ ਰੋਕਣ ਲਈ 2 ਮਹੀਨੇ ਪਹਿਲਾਂ ਵੱਡੇ ਪੱਥਰ, ਰੇਤੇ ਨਾਲ ਭਰੇ ਟਰਾਲੇ ਤੇ ਕੰਡਿਆਲੀਆਂ ਤਾਰਾਂ ਲਾ ਕੇ ਰਾਹ ਬੰਦ ਕਰ ਦਿੱਤੇ ਸੀ। ਪੁਲਿਸ ਨੇ ਰੇਤੇ ਨਾਲ ਭਰੇ ਡੰਪਰ ਵੀ ਹੁਣ ਹਟਾ ਦਿੱਤੇ ਨੇ। ਹਾਲਾਂਕਿ ਬਾਰਡਰਾਂ ਤੋਂ 2 ਪਰਤੀ ਸਧਾਰਨ ਬੈਰੀਕੇਡ ਨੂੰ ਹਟਾਇਆ ਜਾਣਾ ਹਾਲੇ ਬਾਕੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਲੀਡਰਾਂ ਨੇ ਦੱਸਿਆ ਕਿ ਦਿੱਲੀ ਪੁਲਿਸ ਨੇ 26 ਜਨਵਰੀ ਤੋਂ ਪਹਿਲਾਂ ਟਰੈਕਟਰ ਪਰੇਡ ਲਈ ਬੈਰੀਕੇਡ ਪੂਰੀ ਤਰ੍ਹਾਂ ਹਟਾਉਣ ਦਾ ਭਰੋਸਾ ਦਿੱਤਾ। ਸੋ ਅੱਜ ਅਸੀਂ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਬਾਰਡਰਾਂ ਦੇ ਉੱਤੋਂ ਬੈਰੀਕੇਡਿੰਗ ਕਿੰਨੀ ਹਟਾ ਦਿੱਤੀ ਗਈ ਹੈ, ਕਿਉਂਕਿ ਕੱਲ ਨੂੰ ਇਹ ਰਾਹ ਬਿਲਕੁਲ ਖੋਲ੍ਹੇ ਜਾਣੇ ਨੇ ਜਿੱਥੋਂ ਦੀ ਕਿਸਾਨਾਂ ਨੇ ਪਰੇਡ ਦੇ ਲਈ ਲੰਘਣਾ ਹੈ। ਕਿਸਾਨ ਲੀਡਰਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ, ਕੱਲ ਪ੍ਰੈਸ ਕਾਨਫਰੰਸ ਹੋਈ ਹੈ ਕਿ 3 ਜਿਹੜੇ ਰੂਟ ਨੇ ਉਹ ਤਾਂ ਤੈਅ ਕਰ ਦਿੱਤੇ ਗਏ ਨੇ, ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰ ਤੇ ਪਰੇਡ ਲਈ, ਤੇ ਜਿਹੜੇ 2 ਰਹਿ ਗਏ ਨੇ ਸ਼ਾਹਜਹਾਂਪੁਰ ਬਾਰਡਰ ਤੇ ਪਲਵਲ ਬਾਰਡਰ, ਉਹਦੇ ਵੀ ਰੂਟ ਨੇ ਜਿਹੜੇ ਉਹ ਅੱਜ ਤੈਅ ਕਰ ਦਿੱਤੇ ਜਾਣਗੇ ਤੇ ਸਾਰਿਆਂ ਨੂੰ ਡਿਜੀਟਲ ਢੰਗ ਦੇ ਨਾਲ ਉਹ ਮਿਲ ਜਾਣਗੇ। ਇੱਕ ਮੈਪ ਹੈ ਜਿਹੜਾ ਉਹ ਕਿਸਾਨ ਏਕਤਾ ਮੋਰਚਾ ਦੇ ਵੱਲੋਂ ਜਾਰੀ ਕੀਤਾ ਗਿਆ। ਉਸ ਮੈਪ ਦੇ ਵਿੱਚ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਇਸ ਪਰੇਡ ਦਾ ਜਿਹੜਾ ਰੂਟ ਹੈ ਉਹ ਦੇਖਿਆ ਜਾ ਸਕਦਾ ਹੈ। ਹਾਲਾਂਕਿ ਰੂਟ ਦੀ ਅਗਵਾਈ ਕਿਸਾਨ ਲੀਡਰ ਕਰ ਰਹੇ ਨੇ, ਸੋ ਉਹਨਾਂ ਦੇ ਪਿੱਛੇ ਹੀ ਟਰੈਕਟਰਾਂ ਨੇ ਜਾਣਾ ਹੈ। ਜਾਣਕਾਰੀ ਜਿਹੜੀ ਬਾਰਡਰਾਂ ਤੋਂ ਮਿਲ ਰਹੀ ਹੈ, ਹੁਣ ਬਾਰਡਰਾਂ ਦੇ ਉੱਤੇ ਇੰਨਾ ਇਕੱਠ ਵੱਧ ਚੁੱਕਿਆ ਕਿ ਇਹ ਕਿਹਾ ਜਾ ਸਕਦਾ ਹੈ ਅੱਜ ਦੀ ਭੀੜ ਦੇਖਣ ਤੋਂ ਬਾਅਦ ਕਿ ਤਿਲ ਸੁੱਟਣ ਨੂੰ ਥਾਂ ਨਹੀਂ ਹੈ, ਕਿਉਂਕਿ ਕੱਲ ਵੀ ਇੱਕ ਸੜਕ ਹੈ ਜਿਹੜੀ ਸਿੰਘੂ ਬਾਰਡਰ ਤੇ ਜਿਹੜੀ ਮੇਨ ਸੜਕ ਹੈ ਜਿੱਥੋਂ ਦੀ ਲੋਕ ਲੰਘ ਕੇ ਜਾਂਦੇ ਨੇ, ਤਾਂ ਸੜਕ
ਇੱਕ ਲੇਨ ਸੜਕ ਹੈ, ਬਾਕੀ ਸਾਰੀਆਂ ਜਿਹੜੀਆਂ ਲੇਨਸ ਹੈਗੀਆਂ ਨੇ ਉੱਥੇ ਟਰੈਕਟਰ ਟਰਾਲੀਆਂ ਖੜੇ ਕੀਤੇ ਹੋਏ ਨੇ। ਸੋ ਇਹ ਤੁਰਨ ਦੇ ਲਈ ਇੱਕ ਲੇਨ ਹੈ ਜਿਹੜੀ ਉਹ ਬਚੀ ਹੈ, ਉਸ ਲੇਨ ਦੇ ਵੀ 2 ਪਾਰਟ ਕੀਤੇ ਹੋਏ ਨੇ। ਇੱਕ ਥਾਂ ਤੋਂ ਇੱਕ ਪਾਸਿਓਂ ਲੋਕ ਆ ਰਹੇ ਨੇ, ਇੱਕ ਪਾਸਿਓਂ ਲੋਕ ਜਾ ਰਹੇ ਨੇ। ਤੁਰਦਾ ਬੰਦਾ ਵੀ ਇੱਕ ਦੂਸਰੇ ਨੂੰ ਕ੍ਰਾਸ ਨਹੀਂ ਕਰ ਸਕਦਾ, ਇੰਨਾ ਇਕੱਠ ਹੈ ਜਿਹੜਾ ਉਹ ਵੱਧ ਚੁੱਕਿਆ। ਟਰੈਕਟਰਾਂ ਦੀਆਂ ਲੰਬੀਆਂ ਡਾਰਾਂ ਨੇ ਜਿਹੜੀਆਂ ਉਹ ਇੱਥੇ ਲਾਈਨਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ। ਸੋ ਟਰੈਕਟਰ ਕਿੰਨੀ ਕੁ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ, ਇਸ ਦੀ ਵੀ ਥੋੜ੍ਹੀ ਜਿਹੀ ਜਾਣਕਾਰੀ ਅਸੀਂ ਤੁਹਾਨੂੰ ਦੇ ਦਿੰਦੇ ਹਾਂ। ਸੋ ਇਹਦੇ ਵਿੱਚ ਸਭ ਤੋਂ ਅਹਿਮ ਗੱਲ ਹੈ ਕਿ ਕਿਸਾਨੀ ਪਰੇਡ ਦੇ ਰੰਗ ਦੇ ਵਿੱਚ ਪੰਜਾਬ ਰੰਗਿਆ ਗਿਆ। ਟਰੈਕਟਰ ਪਰੇਡ ਦੇ ਵਿੱਚ ਸ਼ਾਮਲ ਹੋਣ ਲਈ ਸੂਬੇ ਦੇ ਪਿੰਡ ਖਾਲੀ ਹੋਣ ਲੱਗੇ ਨੇ, ਰੇਲ ਗੱਡੀਆਂ ਵੀ ਨੱਕੋ ਨੱਕ ਭਰ ਗਈਆਂ ਨੇ। ਕਿਸਾਨ ਪਰੇਡ ਤੋਂ ਇੱਕ ਦਿਨ ਪਹਿਲਾਂ ਹੀ ਪੰਜਾਬ ਖਾਲੀ ਹੋਣ ਲੱਗਿਆ। 2 ਦਿਨਾਂ ਤੋਂ ਪਿੰਡਾਂ ਵਿੱਚੋਂ ਟਰੈਕਟਰਾਂ ਦੇ ਕਾਫਲੇ ਜਾਣੇ ਸ਼ੁਰੂ ਹੋਏ ਨੇ। ਪੇਂਡੂ ਯੂਥ ਕਲੱਬਾਂ ਵਾਲੇ ਨੌਜਵਾਨ ਵੀ ਦਿੱਲੀ ਵੱਲ ਤੁਰ ਪਏ ਨੇ। ਆਪ ਮੁਹਾਰੇ ਟਰੈਕਟਰ ਮਾਲਵੇ, ਦੁਆਬੇ ਤੇ ਮਾਝੇ ਤੋਂ ਚੱਲ ਪਏ ਨੇ। ਬਹੁਤ ਸਾਰੇ ਟਰੈਕਟਰ ਦਿੱਲੀ ਪਹੁੰਚ ਵੀ ਚੁੱਕੇ ਨੇ। ਪੰਜਾਬ ਵਿੱਚੋਂ ਦਿੱਲੀ ਵੱਲ ਚੱਲਦੀਆਂ ਰੇਲ ਗੱਡੀਆਂ ਵਿੱਚ ਹੁਣ ਖੜਨ ਜੋਗੀ ਥਾਂ ਵੀ ਨਹੀਂ ਬਚਦੀ। ਫਿਰੋਜ਼ਪੁਰ, ਫਾਜ਼ਿਲਕਾ, ਗੰਗਾਨਗਰ ਤੇ ਬਠਿੰਡਾ ਤੋਂ ਚੱਲਦੀਆਂ ਇਹ ਰੇਲ ਗੱਡੀਆਂ ਨੱਕੋ ਨੱਕ ਭਰਨ ਲੱਗੀਆਂ ਨੇ। ਹਾਲਾਂਕਿ ਜਦੋਂ ਤੋਂ ਮੋਰਚੇ ਚਾਲੂ ਹੋਏ ਨੇ, ਜਿਹੜੇ ਕਿਸਾਨ ਆਪਣੇ ਵਾਹਨਾਂ ਤੇ ਨਹੀਂ ਆ ਸਕਦੇ ਉਹ ਰੇਲ ਗੱਡੀਆਂ ਦੇ ਵਿੱਚ ਉਸੇ ਦਿਨ ਤੋਂ ਚੜ੍ਹ ਕੇ ਆ ਰਹੇ ਨੇ। ਕਿਸਾਨਾਂ ਦੀ ਗਿਣਤੀ ਮਿਣਤੀ ਦਾ ਅੰਕੜਾ ਵੀ ਫੇਲ ਹੋਣ ਲੱਗਿਆ। ਪਿੰਡਾਂ ਦੀਆਂ ਸੱਥਾਂ ਤਾਂ ਹੁਣ ਲਗਭਗ ਖਾਲੀ ਹੋ ਗਈਆਂ ਨੇ ਤੇ ਖੇਤ ਵੀ ਸੁੰਨੇ ਹੋ ਗਏ ਨੇ, ਕਿਉਂਕਿ ਹਰ ਕੋਈ ਇਸ ਪਰੇਡ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ। ਜੇ ਕਿਸਾਨ ਲੀਡਰਾਂ ਤੋਂ ਅਸੀਂ ਪੁੱਛੀਏ ਕਿ ਕਿੰਨੀ ਗਿਣਤੀ ਉਹਨਾਂ ਨੂੰ ਅੰਦਾਜ਼ੇ ਦੇ ਮੁਤਾਬਿਕ ਲੱਗਦੀ ਹੈ, ਤਾਂ ਹਰ ਕੋਈ ਅੰਦਾਜ਼ਾ ਹੀ ਦੱਸ ਪਾਉਂਦਾ ਹੈ। ਬਲਦੇਵ ਸਿੰਘ ਸਿਰਸਾ ਦੇ ਮੁਤਾਬਿਕ ਇਹਨਾਂ ਟਰੈਕਟਰਾਂ ਦੀ ਗਿਣਤੀ 3 ਲੱਖ ਦੇ ਕਰੀਬ ਹੋ ਸਕਦੀ ਹੈ। ਉਹ ਕਹਿੰਦੇ ਜਿਸ ਤਰੀਕੇ ਦੇ ਨਾਲ ਮੀਡੀਆ ਦੇ ਜਿਹੜੇ ਕੁਝ ਸੀਨੀਅਰ ਪੱਤਰਕਾਰ ਹੈਗੇ ਨੇ, ਉਹਨਾਂ ਦੀ ਗਿਣਤੀ ਦੇ ਮੁਤਾਬਿਕ, ਏਜੰਸੀਆਂ ਦੇ ਅੰਦਾਜ਼ੇ ਦੇ ਮੁਤਾਬਿਕ ਇਹ ਗਿਣਤੀ ਪੂਰੇ ਦੇਸ਼ ਦੇ ਵਿੱਚੋਂ 3 ਲੱਖ ਤੱਕ ਪਹੁੰਚ ਸਕਦੀ ਹੈ। ਕਿਸਾਨ ਲੀਡਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਕਹਿੰਦੇ ਨੇ ਕਿ ਪੰਜਾਬ ਵਿੱਚੋਂ ਪਹੁੰਚ ਰਹੇ ਟਰੈਕਟਰਾਂ ਦੀ ਗਿਣਤੀ ਦਾ ਹੁਣ ਕੋਈ ਅੰਦਾਜ਼ਾ ਹੀ ਨਹੀਂ ਰਿਹਾ। ਹਰ ਤਬਕਾ ਪਹੁੰਚ ਰਿਹਾ। ਬਹੁਤੇ ਪਿੰਡਾਂ ਦੇ ਹਰ ਪਰਿਵਾਰ 'ਚੋਂ ਇੱਕ ਜੀਪ ਕਿਸਾਨ ਪਰੇਡ ਦੇ ਲਈ ਜ਼ਰੂਰ ਆਇਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕਿਸਾਨ ਪਰੇਡ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਹਜ਼ਾਰਾਂ ਟਰਾਲੀਆਂ ਨੇ ਜਿਹੜੀਆਂ ਉਹ ਪਹੁੰਚ ਰਹੀਆਂ ਨੇ। BKU ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦੱਸਦੇ ਨੇ ਕਿ ਕਿਸਾਨ ਪਰੇਡ ਲਈ ਦਿੱਲੀ ਜਾ ਰਹੇ ਟਰੈਕਟਰ ਟਰਾਲੀਆਂ ਦੀ ਗਿਣਤੀ ਉਹ ਕੱਲੀ ਉਹਨਾਂ ਦੀ ਜਥੇਬੰਦੀ ਦੇ ਵੱਲੋਂ 35,000 ਤੋਂ ਟੱਪ ਸਕਦੀ ਹੈ ਤੇ ਦਿੱਲੀ ਲਈ ਹਾਲੇ ਵੀ ਛੋਟੇ ਟਰੈਕਟਰਾਂ ਦੇ ਕਾਫਲੇ ਜਾਣੋਂ ਰੁਕੇ ਨਹੀਂ ਨੇ। ਸੂਤਰ ਦੱਸਦੇ ਨੇ ਕਿ ਪੰਜਾਬ ਤੋਂ 1 ਲੱਖ ਟਰੈਕਟਰ ਦਿੱਲੀ ਪਹੁੰਚੇਗਾ ਤੇ ਹਰਿਆਣਾ ਤੋਂ ਵੀ ਅਜਿਹੀ ਗਿਣਤੀ ਦੇ ਅੰਕੜੇ ਸਾਹਮਣੇ ਆ ਰਹੇ ਨੇ ਤੇ ਬਾਕੀ ਜਿਹੜੇ ਪੂਰੇ ਦੇਸ਼ ਦੇ ਵਿੱਚੋਂ ਟਰੈਕਟਰ ਆਉਣੇ ਨੇ 1 ਲੱਖ ਦੀ ਗਿਣਤੀ ਟੋਟਲ ਕੁੱਲ ਮਿਲਾ ਕੇ ਉਹਨਾਂ ਦੀ ਹੋ ਸਕਦੀ ਹੈ। ਜਿੱਥੇ ਦਿੱਲੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਟਰੈਕਟਰ ਪਰੇਡ ਕੀਤੀ ਜਾਣੀ ਹੈ, ਉੱਥੇ ਪੰਜਾਬ ਦੇ ਵਿੱਚ ਵੀ ਕਈ ਥਾਵਾਂ ਤੇ ਕਿਸਾਨਾਂ ਦੇ ਵੱਲੋਂ ਪਰੇਡ ਕੀਤੀ ਜਾਏਗੀ। ਇਨਕਲਾਬੀ ਕੇਂਦਰ ਦੇ ਪ੍ਰਧਾਨ ਨਰਾਇਣ ਦੱਤ ਦੱਸਦੇ ਨੇ ਕਿ ਇਕੱਲੇ ਬਰਨਾਲਾ ਜ਼ਿਲ੍ਹੇ ਵਿੱਚ 5 ਥਾਵਾਂ ਤੇ ਕਿਸਾਨਾਂ ਦੀ ਪਰੇਡ ਹੋਏਗੀ, ਜਿਹਦੇ ਵਿੱਚ 2000 ਤੋਂ ਵੱਧ ਟਰੈਕਟਰ ਸ਼ਾਮਿਲ ਹੋਣਗੇ। ਸੋ ਦੇਖਿਆ ਜਾਵੇ ਤਾਂ ਪੂਰਾ ਪੰਜਾਬ ਹੁਣ ਟਰੈਕਟਰ ਪਰੇਡ ਦੇ ਰੰਗ ਦੇ ਵਿੱਚ ਰੰਗਿਆ ਗਿਆ। ਮਾਝਾ ਹੋਵੇ, ਮਾਲਵਾ ਹੋਵੇ ਜਾਂ ਫਿਰ ਦੁਆਬਾ, ਸਾਰੇ ਕਿਤੇ ਕਿਸਾਨਾਂ ਦੀਆਂ ਝੰਡੀਆਂ ਲਹਿਰਾ ਰਹੀਆਂ ਨੇ ਤੇ ਸਾਰੇ ਕਿਤੇ ਟਰੈਕਟਰ ਨੇ ਜਿਹੜੇ ਉਹ ਸੜਕਾਂ ਦੇ ਉੱਤੇ ਧੂੜਾਂ ਪੱਟਦੇ ਨਜ਼ਰ ਆਉਂਦੇ ਨੇ। ਦਿੱਲੀ ਇਕੱਲੇ ਟਰੈਕਟਰ ਹੀ ਨਹੀਂ ਜਾ ਰਹੇ, ਟਰੈਕਟਰਾਂ ਦੇ ਨਾਲ ਫੰਡ ਵੀ ਭੇਜੇ ਜਾ ਰਹੇ ਨੇ। ਕਿਸਾਨਾਂ ਦੇ ਵੱਲੋਂ ਫੰਡ ਆਪਣੇ ਪਿੰਡਾਂ ਦੇ ਵਿੱਚੋਂ ਇਕੱਠੇ ਕਰਕੇ ਇਸ ਟਰੈਕਟਰ ਪਰੇਡ ਦੇ ਵਿੱਚ ਮਦਦ ਦੇਣ ਦੇ ਲਈ ਭੇਜੇ ਜਾ ਰਹੇ ਨੇ। ਕਈ ਥਾਵਾਂ ਦੇ ਉੱਤੇ ਪ੍ਰਤੀ ਏਕੜ 50 ਤੋਂ 100 ਰੁਪਏ ਦੇ ਹਿਸਾਬ ਨਾਲ ਦਿੱਲੀ ਫੰਡ ਹੈ ਜਿਹੜਾ ਭੇਜਣ ਵਾਸਤੇ ਇਕੱਠਾ ਕੀਤਾ ਜਾ ਰਿਹਾ ਹੈ। ਬਰਨਾਲਾ ਦੇ ਪਿੰਡ ਹਰੀਗੜ੍ਹ ਦੇ ਕਿਸਾਨ ਸੰਤੋਖ ਸਿੰਘ ਨੇ ਦੱਸਿਆ ਕਿ 2 ਦਿਨਾਂ ਤੋਂ ਦੀਪਕ ਢਾਬੇ ਵਾਲਿਆਂ ਨੇ ਦਿੱਲੀ ਜਾਣ ਵਾਲੇ ਕਿਸਾਨਾਂ ਦੇ ਲਈ ਲੰਗਰ ਵੀ ਲਾ ਦਿੱਤਾ ਹੈ। ਦਿੱਲੀ ਮੋਰਚੇ ਵਿੱਚ ਜਿਹੜੇ ਕਿਸਾਨ ਤੇ ਜਵਾਨ ਸ਼ਹੀਦ ਹੋਏ ਨੇ, ਉਹਨਾਂ ਦੇ ਪਰਿਵਾਰ ਵੀ ਕਿਸਾਨ ਮੋਰਚੇ ਵਿੱਚ ਸ਼ਾਮਿਲ ਹੋਣ ਲਈ ਪਿੰਡਾਂ ਤੋਂ ਤੁਰੇ ਨੇ। ਕਿਸਾਨੀ ਝੰਡਿਆਂ ਦੀ ਵਿਕਰੀ ਕਈ ਗੁਣਾ ਪੰਜਾਬ ਦੇ ਵਿੱਚ ਵੱਧ ਗਈ ਹੈ, ਦਿੱਲੀ ਦੇ ਵਿੱਚ ਵੀ ਵੱਧ ਗਈ ਹੈ। ਕਿਸਾਨ ਪਰੇਡ ਕਰਕੇ ਕਿਸਾਨ ਏਕਤਾ ਵਾਲੇ ਝੰਡੇ ਸਭ ਤੋਂ ਵੱਧ ਵਿਕੇ ਨੇ। ਉਗਰਾਹਾਂ ਜਥੇਬੰਦੀ ਦੇ ਲੀਡਰ ਦੱਸਦੇ ਨੇ ਕਿ ਕੁਝ ਦੁਕਾਨਦਾਰ ਬਗੈਰ ਪੁੱਛੇ ਉਹਨਾਂ ਦੀ ਜਥੇਬੰਦੀ ਦੇ ਝੰਡੇ ਛਾਪ ਰਹੇ ਨੇ ਤੇ ਉਹ ਬਲੈਕ ਦੇ ਵਿੱਚ 100 ਤੋਂ 200 ਰੁਪਏ ਦਾ ਝੰਡਾ ਵੇਚ ਰਹੇ ਨੇ। ਕਿਸਾਨ ਲੀਡਰਾਂ ਨੇ ਦੁਕਾਨਦਾਰਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ ਹੈ। ਪੰਜਾਬ ਤੋਂ ਦਿੱਲੀ ਦੇ ਰਾਹ ਵਿੱਚ ਵੀ ਝੰਡਿਆਂ ਵਾਲੇ ਕਾਊਂਟਰ ਨੇ ਜਿਹੜੇ ਉਹ ਲੱਗੇ ਹੋਏ ਨੇ। ਸੋ ਜਥੇਬੰਦੀਆਂ ਦਾ ਇਹ ਕਹਿਣਾ ਹੈ ਕਿ ਜਿਹੜੀ ਵੀ ਜਥੇਬੰਦੀ ਦਾ ਝੰਡਾ ਹੈ ਉਹ ਜਥੇਬੰਦੀ ਦੇ ਵੱਲੋਂ ਹੀ ਛਪਵਾਇਆ ਜਾਏਗਾ ਤੇ ਉਹਨਾਂ ਨੂੰ ਬਲੈਕ ਦੇ ਵਿੱਚ ਵੇਚ ਕੇ ਕਿਸਾਨਾਂ ਨੂੰ ਨਾ ਲੁੱਟਿਆ ਜਾਵੇ। ਹਾਲਾਂਕਿ ਕਈ ਲੋਕ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਕਿਸਾਨਾਂ ਦੇ ਝੰਡੇ ਮੁਫਤ ਦੇ ਵਿੱਚ ਵੀ ਦੇ ਰਹੇ ਨੇ। ਸੰਗਰੂਰ ਤੋਂ ਵੀ ਅਜਿਹੀ ਖਬਰ ਜਿਹੜੀ ਸਾਹਮਣੇ ਆਈ ਹੈ, ਜਿੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਬਲੈਕ ਦੇ ਵਿੱਚ ਇੱਕ ਦੁਕਾਨਦਾਰ ਦੇ ਵੱਲੋਂ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਉੱਥੇ ਕਿਸਾਨ ਲੀਡਰਾਂ ਨੇ ਆਮ ਕਿਸਾਨਾਂ ਨੇ ਪਹੁੰਚ ਕੇ ਉਸ ਦੁਕਾਨਦਾਰ ਨੂੰ ਚੇਤੰਨ ਕੀਤਾ ਹੈ, ਹਦਾਇਤ ਦਿੱਤੀ ਹੈ ਕਿ ਅੱਗੇ ਤੋਂ ਅਜਿਹੀ ਹਰਕਤ ਨਹੀਂ ਕੀਤੀ ਜਾਣੀ ਚਾਹੀਦੀ।
ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਕਿਸਾਨਾਂ ਦੇ ਵਿੱਚ ਵੱਡਾ ਉਤਸ਼ਾਹ ਹੈ। ਪਿੰਡਾਂ ਦੇ ਵਿੱਚ ਸ਼ੁਰੂ ਤੋਂ ਹੀ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਤਾਂ ਗੂੰਜ ਹੀ ਰਹੇ ਨੇ ਤੇ ਹੁਣ ਇਹਨਾਂ ਨਾਅਰਿਆਂ ਦੀ ਗੂੰਜ ਥੋੜੀ ਹੋਰ ਉੱਚੀ ਹੋ ਗਈ ਹੈ। ਦਿੱਲੀ ਲੁਧਿਆਣਾ ਮਾਰਗ ਦੇ ਉੱਤੇ ਟਰੈਕਟਰਾਂ ਦੀਆਂ ਲੰਬੀਆਂ ਲਾਈਨਾਂ ਨੇ ਜਿਹੜੀਆਂ ਉਹ ਦੇਖਣ ਨੂੰ ਮਿਲ ਰਹੀਆਂ ਨੇ। ਕਿਸਾਨ ਟਰੈਕਟਰਾਂ ਰਾਹੀਂ ਦਿਨ ਰਾਤ ਵਾਇਆ ਦਿੜਬਾ ਹੋ ਕੇ ਦਿੱਲੀ ਲੁਧਿਆਣਾ ਕੌਮੀ ਮਾਰਗ ਤੇ ਕਿਸਾਨੀ ਝੰਡੇ ਲਾਏ ਟਰੈਕਟਰਾਂ ਨੂੰ ਲੈ ਕੇ ਦਿੱਲੀ ਪਹੁੰਚ ਰਹੇ ਨੇ ਤੇ ਦਿੱਲੀ ਜਾਣ ਵਾਲੇ ਟਰੈਕਟਰਾਂ ਦੇ ਕਾਰਨ ਕੌਮੀ ਮਾਰਗ ਤੇ ਟ੍ਰੈਫਿਕ ਜ਼ਿਆਦਾ ਵੱਧ ਗਿਆ। ਸੜਕ ਪਾਰ ਕਰਨੀ ਵੀ ਮੁਸ਼ਕਿਲ ਹੋ ਗਈ ਹੈ ਕਿਉਂਕਿ ਟਰੈਕਟਰਾਂ ਦੀ ਲੰਬੀ ਲਾਈਨ ਟੁੱਟ ਹੀ ਨਹੀਂ ਰਹੀ। ਸਿੰਘੂ ਬਾਰਡਰ ਤੋਂ ਇੱਕ ਖਬਰ ਤੁਹਾਨੂੰ ਦੱਸ ਦਿੰਦੇ ਹਾਂ, ਜਿੱਥੇ ਕਿਸਾਨ ਸੰਸਦ ਕਰਵਾਈ ਗਈ ਤੇ ਕਿਸਾਨ ਸੰਸਦ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਲਈ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਜਦੋਂ ਉੱਥੇ ਪਹੁੰਚੇ ਤਾਂ ਉਹਨਾਂ ਦੇ ਨਾਲ ਕਿਸਾਨ ਨੌਜਵਾਨਾਂ ਨੇ ਧੱਕਾ ਮੁੱਕੀ ਕੀਤੀ ਤੇ ਉੱਥੋਂ ਭਜਾ ਦਿੱਤਾ। ਇਸ ਧੱਕਾ ਮੁੱਕੀ ਦੇ ਵਿੱਚ ਬਿੱਟੂ ਦੀ ਦਸਤਾਰ ਵੀ ਉਤਰ ਗਈ ਜੋ ਨਿਹੰਗ ਸਿੰਘਾਂ ਨੇ ਚੁੱਕ ਕੇ ਮੁੜ ਸਜਾ ਦਿੱਤੀ। ਨੌਜਵਾਨਾਂ ਦੇ ਵੱਲੋਂ ਕਥਿਤ ਗਾਲੀ ਗਲੋਚ ਵੀ ਕੀਤੇ ਜਾਣ ਦੀ ਜਾਣਕਾਰੀ ਰਵਨੀਤ ਬਿੱਟੂ ਨੇ ਦਿੱਤੀ। ਸਿੰਘੂ ਬਾਰਡਰ ਦੇ ਉੱਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਯਾਦਗਾਰੀ ਹਾਲ ਹੈ ਜਿਹੜਾ ਉਸ ਦੇ ਵਿੱਚ ਕਿਸਾਨ ਸੰਸਦ ਸਮਾਗਮ ਹੈ ਜਿਹੜਾ ਉਹ ਕਰਵਾਇਆ ਜਾ ਰਿਹਾ ਸੀ। ਕਿਸਾਨ ਇਸ ਗੱਲ ਤੋਂ ਖਫਾ ਨੇ ਕਿ ਬਿੱਟੂ ਧਰਨੇ ਵਾਲੀ ਥਾਂ ਤੇ ਕਿਉਂ ਪਹੁੰਚੇ। ਜਿਹੜੀਆਂ ਵੀਡੀਓਜ਼ ਸਾਹਮਣੇ ਆਈਆਂ ਨੇ ਇਸ ਘਟਨਾ ਦੀਆਂ ਉਸ ਦੇ ਵਿੱਚ ਨੌਜਵਾਨ ਸੰਸਦ ਮੈਂਬਰ ਬਿੱਟੂ ਨੂੰ ਉੱਥੋਂ ਜਾਣ ਲਈ ਕਹਿੰਦੇ ਸੁਣਾਈ ਦੇ ਰਹੇ ਨੇ। ਕਿਸਾਨਾਂ ਦੇ ਵੱਲੋਂ ਬਿੱਟੂ ਦੀ ਕਾਰ ਨੂੰ ਵੀ ਨੁਕਸਾਨ ਪਹੁੰਚਾਇਆ ਦੱਸਿਆ ਗਿਆ, ਜਿਹਦੇ ਵਿੱਚ ਬਿੱਟੂ ਦੀ ਕਾਰ ਦਾ ਸ਼ੀਸ਼ਾ ਟੁੱਟ ਗਿਆ। ਨੌਜਵਾਨ ਕਿਸਾਨਾਂ ਨੇ ਸੰਸਦ ਮੈਂਬਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਕਾਂਗਰਸ ਵਿਧਾਇਕ ਗੁਰਜੀਤ ਸਿੰਘ ਔਜਲਾ, ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੇ ਹੋਰ ਲੀਡਰ ਵੀ ਕਿਸਾਨਾਂ ਦੇ ਨਿਸ਼ਾਨੇ ਤੇ ਆ ਗਏ ਸੀ। ਕਿਸਾਨਾਂ ਦੇ ਗੁੱਸੇ ਨੂੰ ਦੇਖਦਿਆਂ ਬਿੱਟੂ ਸਮੇਤ ਹੋਰ ਕਾਂਗਰਸ ਲੀਡਰ ਮੌਕੇ ਤੋਂ ਚਲੇ ਗਏ। ਰਵਨੀਤ ਬਿੱਟੂ ਨੇ ਕਿਹਾ ਕਿ ਮੈਂ ਗੁਰਜੀਤ ਸਿੰਘ ਔਜਲਾ, ਕੁਲਬੀਰ ਸਿੰਘ ਜ਼ੀਰਾ ਤੇ ਹੋਰਨਾਂ ਲੀਡਰਾਂ ਦੇ ਨਾਲ ਪਾਰਟੀ ਆਗੂਆਂ ਦੇ ਕਹਿਣ ਉੱਤੇ ਸੰਸਦ ਮੈਂਬਰ ਵਜੋਂ ਇੱਥੇ ਆਇਆ ਸੀ ਤਾਂ ਜੋ ਆਪਣੀ ਪਾਰਟੀ ਦਾ ਸੁਨੇਹਾ ਦੇ ਸਕਾਂ। ਬਿੱਟੂ ਨੇ ਦੱਸਿਆ ਕਿ ਕਿਸਾਨ ਲੀਡਰਾਂ ਨੇ ਉੱਥੇ ਪਹੁੰਚਣ ਤੇ ਮੇਰਾ ਸਵਾਗਤ ਕੀਤਾ ਪਰ ਅਚਾਨਕ ਡੰਡਿਆਂ ਤੇ ਹਥਿਆਰਾਂ ਨਾਲ ਲੈਸ ਹੋ ਕੇ ਕੁਝ ਸ਼ਰਾਰਤੀ ਲੋਕ ਮੌਕੇ ਤੇ ਆ ਗਏ। ਬਿੱਟੂ ਨੇ ਕਿਹਾ ਕਿ ਪਹਿਲਾਂ ਹੀ ਮੈਂ ਕਹਿ ਰਿਹਾ ਸੀ ਕਿ ਉੱਥੇ ਮਾੜੇ ਅਨਸਰ ਵੀ ਨੇ ਤੇ ਲੋਕ ਖਾਲਿਸਤਾਨੀ ਝੰਡੇ ਵੀ ਲੈ ਕੇ ਆਉਂਦੇ ਨੇ, ਪਰ ਇੰਨੇ ਵੱਡੇ ਇਕੱਠ ਵਿੱਚੋਂ ਉਹਨਾਂ ਲੋਕਾਂ ਦੀ ਪਛਾਣ ਤੇ ਪੁਸ਼ਟੀ ਕਰਨ ਲਈ ਕਿਸਾਨ ਕੁਝ ਨਹੀਂ ਕਰ ਸਕਦੇ। ਬਿੱਟੂ ਨੇ ਕਿਹਾ ਕਿ ਇਹ ਹਮਲਾ ਮੈਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹੈ ਪਰ ਫਿਰ ਵੀ ਮੈਂ ਸ਼ਾਂਤਮਈ ਹਾਂ ਕਿਉਂਕਿ ਮੈਂ ਕਿਸਾਨਾਂ ਦੀ ਟਰੈਕਟਰ ਪਰੇਡ ਨੂੰ ਕਿਸੇ ਵੀ ਤਰੀਕੇ ਦੇ ਨਾਲ ਫੇਲ ਨਹੀਂ ਹੋਣ ਦੇਣਾ ਚਾਹੁੰਦਾ। ਆਮ ਆਦਮੀ ਪਾਰਟੀ ਦੇ ਪੰਜਾਬ ਸਹਿ ਇੰਚਾਰਜ ਰਾਘਵ ਚੱਡਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮੁੜ ਬੀਜੇਪੀ ਦੇ ਏਜੰਟ ਹੋਣ ਦਾ ਇਲਜ਼ਾਮ ਲਾਇਆ। ਉਹਨਾਂ ਦਾਅਵਾ ਕੀਤਾ ਹੈ ਕਿ ਕੈਪਟਨ ਨੂੰ ਖੇਤੀ ਕਾਨੂੰਨ ਬਣਾਏ ਜਾਣ ਬਾਰੇ ਪਹਿਲਾਂ ਹੀ ਪਤਾ ਸੀ। ਚੱਡਾ ਨੇ ਦਾਅਵਾ ਕੀਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਝੂਠ ਆਰਟੀਆਈ ਦੇ ਮਾਧਿਅਮ ਰਾਹੀਂ ਫੜਿਆ ਗਿਆ ਹੈ। ਆਰਟੀਆਈ ਤੋਂ ਖੁਲਾਸਾ ਹੋਇਆ ਕਿ ਤਿੰਨੇ ਖੇਤੀ ਕਾਨੂੰਨਾਂ ਨੂੰ ਪਾਸ ਕੀਤੇ ਜਾਣ ਬਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾਂ ਹੀ ਜਾਣਕਾਰੀ ਸੀ। ਚੱਡਾ ਨੇ ਆਰਟੀਆਈ ਦੇ ਦਸਤਾਵੇਜ਼ ਵੀ ਦਿਖਾਏ ਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਵੀਡੀਓਜ਼ ਵੀ ਦਿਖਾਈਆਂ। ਇਸ ਦੌਰਾਨ ਦਾਅਵਾ ਕੀਤਾ ਕਿ 7 ਅਗਸਤ 2019 ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਸੀ ਕਿ ਕਿਸਾਨ ਵਣਜ ਤੇ ਵਪਾਰ ਕਾਨੂੰਨ ਮੁੱਲ ਭਰੋਸਗੀ ਤੇ ਜ਼ਰੂਰੀ ਵਸਤਾਂ ਸੋਧਾਂ ਕਾਨੂੰਨ ਲਿਆਂਦੇ ਜਾ ਰਹੇ ਨੇ। ਚੱਡਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਕਿ ਕੋਈ ਇੱਕ ਸਬੂਤ ਤੁਸੀਂ ਪੇਸ਼ ਕਰੋ ਜਿਸ ਤੋਂ ਤੁਸੀਂ ਇਹ ਸਾਬਤ ਕਰ ਸਕੋ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਬਣਾਈ ਗਈ ਹਾਈ ਪਾਵਰ ਕਮੇਟੀ ਵਿੱਚ ਤੁਸੀਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਇੱਕ ਵਾਰ ਵੀ ਅਸਹਿਮਤੀ ਪ੍ਰਗਟਾਈ ਹੋਵੇ। ਤੇ ਉਧਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਜਵਾਬ ਦਿੱਤਾ ਹੈ, ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ 'ਚ ਆਪਣੇ ਰਾਜਸੀ ਏਜੰਡੇ ਨੂੰ ਵਧਾਉਣ ਸੰਬੰਧੀ ਬੇਚੈਨੀ ਨੇ ਜ਼ੋਰ ਫੜ ਲਿਆ। ਇਸੇ ਕਰਕੇ ਆਮ ਆਦਮੀ ਪਾਰਟੀ ਝੂਠ ਬੋਲ ਰਹੀ ਹੈ। ਪਾਰਟੀ ਵੱਲੋਂ ਮੇਰੇ ਤੇ ਬੇਬੁਨਿਆਦ ਇਲਜ਼ਾਮ ਲਾਏ ਜਾ ਰਹੇ ਨੇ। ਕੈਪਟਨ ਨੇ ਕਿਹਾ ਕਿ ਐਡਿਟ ਕੀਤੀ ਵੀਡੀਓ ਦਾ 94ਵਾਂ ਹਿੱਸਾ ਸਾਂਝਾ ਕਰਕੇ ਆਪ ਦੇ ਬੁਲਾਰੇ ਝੂਠ ਬੋਲ ਰਹੇ ਨੇ। ਕੈਪਟਨ ਕਹਿੰਦੇ ਨੇ ਕਿ ਇਹਨਾਂ ਦਸਤਾਵੇਜ਼ਾਂ ਨੇ ਅਸਲ ਦੇ ਵਿੱਚ ਇਹ ਸਾਬਤ ਕੀਤਾ ਕਿ ਕੇਂਦਰ ਨੇ ਜਿਹੜੀ ਉੱਚ ਤਾਕਤੀ ਕਮੇਟੀ ਬਣਾਈ ਸੀ ਉਸ ਦੀ ਰਿਪੋਰਟ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਮੂਹਰੇ ਪੇਸ਼ ਕੀਤੇ ਜਾਣ ਤੋਂ ਬਿਨਾਂ ਹੀ ਖੇਤੀ ਕਾਨੂੰਨ ਲਿਆਂਦੇ ਗਏ ਤੇ ਲਾਗੂ ਵੀ ਕੀਤੇ ਗਏ। ਮੁੱਖ ਮੰਤਰੀ ਨੇ ਕਿਹਾ ਕਿ ਇਸ ਤਰਕ ਨੂੰ ਬਿਲਕੁਲ ਨਹੀਂ ਸਮਝ ਸਕਦੇ ਕਿ ਪੰਜਾਬ ਨੂੰ ਸ਼ੁਰੂਆਤ ਵਿੱਚ ਕਮੇਟੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ। ਤੇ ਉਧਰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਵੀ ਕਿਹਾ ਕਿ ਕੇਂਦਰ ਦੀ ਉੱਚ ਤਾਕਤੀ ਕਮੇਟੀ ਦੀ ਮੀਟਿੰਗ ਦੀ ਕਾਰਵਾਈ ਸਪਸ਼ਟ ਕਰਦੀ ਹੈ ਕਿ ਤਿੰਨੇ ਵਿਵਾਦਿਤ ਖੇਤੀ ਬਿੱਲਾਂ ਨੂੰ ਕਦੇ ਵੀ ਪੰਜਾਬ ਸਰਕਾਰ ਜਾਂ ਕਿਸੇ ਵੀ ਮੰਤਰੀ ਨਾਲ ਕਿਸੇ ਵੀ ਮੀਟਿੰਗ ਵਿੱਚ ਵਿਚਾਰਿਆ ਨਹੀਂ ਗਿਆ। ਕੇਂਦਰ ਸਰਕਾਰ ਨਾਲ ਹੋਈ ਮੀਟਿੰਗ ਦੀ ਕਾਰਵਾਈ ਪਹਿਲਾਂ ਹੀ ਜਨਤਕ ਕੀਤੀ ਜਾ ਚੁੱਕੀ ਹੈ। ਇਸ ਤੋਂ ਸਾਫ਼ ਹੈ ਕਿ ਖੇਤੀ ਬਿੱਲਾਂ ਨੂੰ ਨਾ ਤਾਂ ਉਭਾਰਿਆ ਗਿਆ, ਨਾ ਹੀ ਵਿਚਾਰਿਆ ਗਿਆ, ਨਾ ਹੀ ਅਸੀਂ ਮੀਟਿੰਗ ਦੇ ਏਜੰਡੇ ਵਿੱਚ ਸ਼ਾਮਲ ਸੀ। ਵਿੱਤ ਮੰਤਰੀ ਨੇ ਇਹ ਵੀ ਦੱਸਿਆ ਕਿ ਮੈਂ 18 ਸਤੰਬਰ 2020 ਨੂੰ ਮੀਟਿੰਗ ਦੀ ਕਾਰਵਾਈ ਸੰਬੰਧੀ 8 ਪੰਨਿਆਂ ਦੀ ਜਾਣਕਾਰੀ ਪਹਿਲਾਂ ਹੀ ਜਨਤਕ ਕਰ ਚੁੱਕਿਆ। ਉਹਨਾਂ ਕਿਹਾ ਕਿ ਕਿਸਾਨੀ ਸੰਘਰਸ਼ ਦੀ ਹਮਾਇਤ ਕਰਨ ਦੀ ਥਾਂ ਆਮ ਆਦਮੀ ਪਾਰਟੀ ਵੀ ਬੀਜੇਪੀ ਤੇ ਅਕਾਲੀ ਦਲ ਵਾਂਗ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਤੇ ਬਦਨਾਮ ਕਰਨ ਲਈ ਉਸੇ ਲੀਹ ਤੇ ਤੁਰ ਪਈ ਹੈ। ਸੋ ਜਿਹੜੀ ਕਿਸਾਨ ਸੰਸਦ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਰਵਨੀਤ ਬਿੱਟੂ ਪਹੁੰਚੇ ਸੀ, ਉਸ 2 ਰੋਜ਼ਾ ਕਿਸਾਨ ਸੰਸਦ ਦੇ ਵਿੱਚ ਕੌਣ-ਕੌਣ ਸ਼ਾਮਿਲ ਸੀ।
ਇਹ ਦੇਸ਼ ਦੇ ਮੋਹਰੀ ਜਨਤਕ ਆਗੂਆਂ ਦੇ ਵੱਲੋਂ ਕਰਵਾਈ ਗਈ ਸੀ। ਇਹਦੇ ਵਿੱਚ ਤਿੰਨੋਂ ਕਿਸਾਨੀ ਕਾਨੂੰਨਾਂ ਤੇ ਕਿਸਾਨ ਅੰਦੋਲਨ ਨੂੰ ਲੈ ਕੇ ਚਰਚਾ ਕੀਤੀ ਗਈ। ਕਿਸਾਨ ਸੰਸਦ ਦਾ ਮਕਸਦ ਕਿਸਾਨੀ ਮੁੱਦੇ ਵਿਚਾਰਨੇ ਰਿਹਾ, ਕਿਉਂਕਿ ਇਸ ਵਾਰ ਪਾਰਲੀਮੈਂਟ ਦਾ ਸਰਦਰੁੱਤ ਸੈਸ਼ਨ ਨਹੀਂ ਬੁਲਾਇਆ ਗਿਆ। ਕਿਸਾਨ ਸੰਸਦ ਵਿੱਚ ਮੁੱਖ ਚਰਚਾ 3 ਖੇਤੀ ਕਾਨੂੰਨਾਂ ਨੂੰ ਲੈ ਕੇ ਹੋਈ, ਜਿਨ੍ਹਾਂ ਦਾ ਵਿਰੋਧ ਕਰਨ ਲਈ ਦਿੱਲੀ ਦੀਆਂ ਬਰੂਹਾਂ ਤੇ ਲੱਖਾਂ ਕਿਸਾਨ ਟਰੈਕਟਰਾਂ ਸਮੇਤ ਪਹੁੰਚੇ ਹੋਏ ਨੇ। ਇਹਦੇ ਵਿੱਚ ਮੇਧਾ ਪਾਟੇਕਰ, ਯੋਗੇਂਦਰ ਯਾਦਵ ਸਮੇਤ ਹੋਰ ਲੋਕ ਵੀ ਸ਼ਾਮਿਲ ਹੋਏ। ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਕਰੀਬ 2 ਮਹੀਨਿਆਂ ਤੋਂ ਕਿਸਾਨਾਂ ਦੇ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਸੜਕਾਂ ਤੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਸਮਾਗਮ ਪੀਪਲਜ਼ ਫਸਟ ਜਨ ਸਰੋਕਾਰ ਦੇ ਵੱਲੋਂ ਕਰਵਾਇਆ ਗਿਆ। ਸ਼ਾਮਿਲ ਮਾਹਿਰਾਂ ਨੇ ਕਿਹਾ ਕਿ ਅਜਿਹੇ ਸਮਾਗਮ ਮੌਕੇ ਦੀ ਲੋੜ ਨੇ, ਕਿਉਂਕਿ ਇਹਨਾਂ ਕਾਨੂੰਨਾਂ ਤੋਂ ਕਿਸਾਨਾਂ ਵਿੱਚ ਬਹੁਤ ਗੁੱਸਾ ਪਾਇਆ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਤੋਂ ਤਸਵੀਰਾਂ ਸਾਹਮਣੇ ਆਈਆਂ ਸੀ, ਜਿੱਥੇ ਇੰਡੀਅਨ ਆਇਲ ਦੇ ਪੈਟਰੋਲ ਪੰਪਾਂ ਦੇ ਉੱਤੇ ਲਿਖਿਆ ਦੇਖਿਆ ਗਿਆ ਕਿ ਟਰੈਕਟਰ ਜਾਂ ਫਿਰ ਬੋਤਲ ਦੇ ਵਿੱਚ ਡੀਜ਼ਲ ਇੱਥੇ ਨਹੀਂ ਪਾਇਆ ਜਾਏਗਾ, ਪਰ ਇਸ ਨੂੰ ਕੋਰੀ ਅਫਵਾਹ ਹੁਣ ਦੱਸਿਆ ਜਾ ਰਿਹਾ ਹੈ। ਮੀਡੀਆ ਰਿਪੋਰਟਸ ਦੇ ਮੁਤਾਬਿਕ ਉੱਤਰ ਪ੍ਰਦੇਸ਼ ਸਰਕਾਰ ਦੇ ਵੱਲੋਂ ਗਾਜ਼ੀਪੁਰ ਦੇ ਇਲਾਕੇ ਵਿੱਚ ਪੈਂਦੇ ਪੈਟਰੋਲ ਪੰਪਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਟਰੈਕਟਰਾਂ ਵਿੱਚ ਤੇ ਬੋਤਲਾਂ ਵਿੱਚ ਡੀਜ਼ਲ ਨਾ ਪਾਉਣ। ਸੋਸ਼ਲ ਮੀਡੀਆ ਤੇ ਅਜਿਹੀਆਂ ਤਸਵੀਰਾਂ ਵਾਇਰਲ ਵੀ ਹੋਈਆਂ, ਪਰ ਗਾਜ਼ੀਪੁਰ ਦੇ ਇੱਕ ਪੈਟਰੋਲ ਪੰਪ ਤੋਂ ਕਿਸਾਨ ਲੀਡਰ ਅਵਤਾਰ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਇੱਥੇ ਅਜਿਹਾ ਕੁਝ ਵੀ ਨਹੀਂ ਹੈ। ਸੋ ਕਿਸਾਨ ਲੀਡਰ ਅਵਤਾਰ ਸਿੰਘ ਦੇ ਦੱਸਣ ਦੇ ਮੁਤਾਬਿਕ ਸਰਕਾਰ ਦੇ ਵੱਲੋਂ ਇੱਥੇ ਕੋਈ ਵੀ ਅਜਿਹਾ ਹੁਕਮ ਨਹੀਂ ਜਾਰੀ ਕੀਤਾ ਗਿਆ ਤੇ ਜਿਹੜੀਆਂ ਤਸਵੀਰਾਂ ਵਾਇਰਲ ਹੋਈਆਂ ਨੇ, ਹੋ ਸਕਦਾ ਹੈ ਕਿਸੇ ਪੈਟਰੋਲ ਪੰਪ ਦੇ ਮਾਲਕ ਨੇ ਆਪਣਾ ਨਿੱਜੀ ਇਹ ਫੈਸਲਾ ਲਿਆ ਹੋਵੇ। ਟਿੱਕਰੀ ਬਾਰਡਰ ਤੇ ਇੱਕ ਹੁੱਲੜਬਾਜ਼ ਔਰਤ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ। ਟਿੱਕਰੀ ਬਾਰਡਰ ਤੇ ਲੰਘੀ ਰਾਤ ਕਥਿਤ ਤੌਰ ਤੇ ਨਸ਼ੇੜੀ ਹੁੱਲੜਬਾਜ਼ ਔਰਤ ਨੂੰ ਫੜ ਕੇ ਦਿੱਲੀ ਪੁਲਿਸ ਦੇ ਹਵਾਲੇ ਕੀਤਾ ਗਿਆ। 50 ਸਾਲਾਂ ਦੀ ਔਰਤ ਦੀ ਪਛਾਣ ਦਿੱਲੀ ਦੇ ਜੀਂਦਪੁਰ ਦੀ ਕੀਰਤੀ ਵਜੋਂ ਹੋਈ ਹੈ, ਜੋ ਮਾਨਸਿਕ ਤੌਰ ਤੇ ਪਰੇਸ਼ਾਨ ਲੱਗ ਰਹੀ ਸੀ। ਤੇ ਹੀ ਕੀਰਤੀ ਨਾਮ ਦੀ ਔਰਤ ਕੱਲ ਸਿੰਘੂ ਬਾਰਡਰ ਤੇ ਅਸੀਂ ਆਪਣੀਆਂ ਅੱਖਾਂ ਦੇ ਨਾਲ ਦੇਖੀ ਸੀ, ਜੋ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਦੇ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਸੀ। ਇਹ ਕਹਿ ਰਹੀ ਸੀ ਕਿ ਮੈਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ। ਉੱਥੇ ਜਿਹੜੀਆਂ ਔਰਤ ਵਲੰਟੀਅਰਾਂ ਸ਼ਾਮਿਲ ਨੇ, ਬੀਬੀਆਂ ਔਰਤ ਵਲੰਟੀਅਰਾਂ ਇੱਥੇ ਸ਼ਾਮਿਲ ਹੈਗੀਆਂ ਨੇ, ਉਹਨਾਂ ਨੇ ਇਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜੇ ਸਟੇਜ ਉੱਤੇ ਤੁਸੀਂ ਬੋਲਣਾ ਹੈ ਤਾਂ ਉਸ ਦੇ ਲਈ ਤੁਹਾਨੂੰ ਪਹਿਲਾਂ ਨਾਮ ਦਰਜ ਕਰਾਉਣਾ ਪੈਂਦਾ ਹੈ। ਤੁਸੀਂ ਸਟੇਜ ਤੇ ਹਰ ਹਾਲਤ ਵਿੱਚ ਬੋਲ ਸਕਦੇ ਹੋ, ਪਰ ਇੱਕ ਸਿਸਟਮ ਦੇ ਰਾਹੀਂ ਤੁਸੀਂ ਬੋਲ ਸਕਦੇ ਹੋ। ਦਿੱਲੀ ਪੁਲਿਸ ਨੇ ਕੱਲ੍ਹ ਇਹ ਵੀ ਦਾਅਵਾ ਕੀਤਾ ਕਿ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਹੋਣ ਵਾਲੀ ਟਰੈਕਟਰ ਪਰੇਡ ਦੇ ਵਿੱਚ ਅੜਿੱਕਾ ਡਾਉਣ ਲਈ ਪਾਕਿਸਤਾਨ ਤੋਂ 300 ਤੋਂ ਵੱਧ ਟਵਿੱਟਰ ਹੈਂਡਲ ਬਣਾਏ ਗਏ ਨੇ। ਵਿਸ਼ੇਸ਼ ਪੁਲਿਸ ਕਮਿਸ਼ਨਰ ਖੁਫੀਆ ਦਪਿੰਦਰ ਪਾਠਕ ਨੇ ਕਿਹਾ ਕਿ ਕਿਸਾਨਾਂ ਦੀ ਟਰੈਕਟਰ ਪਰੇਡ 'ਚ ਅੜਿੱਕਾ ਪਾਉਣ ਲਈ ਪਾਕਿਸਤਾਨ ਤੋਂ 13 ਤੋਂ 18 ਜਨਵਰੀ ਵਿਚਾਲੇ 300 ਤੋਂ ਵੱਧ ਟਵਿੱਟਰ ਖਾਤੇ ਬਣਾਏ ਗਏ ਨੇ। ਇਸ ਸੰਬੰਧੀ ਵੱਖ-ਵੱਖ ਏਜੰਸੀਆਂ ਤੋਂ ਇੱਕ ਹੀ ਤਰ੍ਹਾਂ ਦੀ ਜਾਣਕਾਰੀ ਹਾਸਲ ਹੋਈ ਹੈ ਤੇ ਸਾਡੇ ਲਈ ਵੱਡੀ ਚੁਣੌਤੀ ਹੈ। ਤੇ ਦਿੱਲੀ ਪੁਲਿਸ ਨੇ ਸੋਸ਼ਲ ਮੀਡੀਆ ਤੇ ਵਿਸ਼ਲੇਸ਼ਣ ਕਰਨ ਤੋਂ ਬਾਅਦ 308 ਪਾਕਿਸਤਾਨ ਆਧਾਰਿਤ ਟਵਿੱਟਰ ਹੈਂਡਲਾਂ ਦੀ ਪਛਾਣ ਕਰਕੇ ਉਹਨਾਂ ਤੇ ਰੋਕ ਵੀ ਲਾ ਦਿੱਤੀ ਗਈ ਹੈ। ਕਾਂਗਰਸ ਲੀਡਰ ਰਾਹੁਲ ਗਾਂਧੀ ਕਹਿੰਦੇ ਨੇ ਕਿ ਮੋਦੀ ਸਰਕਾਰ ਨੂੰ ਸਿਰਫ ਟੈਕਸ ਉਗਰਾਉਣ ਦੀ ਚਿੰਤਾ ਹੈ। ਪੈਟਰੋਲ ਡੀਜ਼ਲ ਦੇ ਭਾਅ ਲਗਾਤਾਰ ਵੱਧ ਰਹੇ ਨੇ, ਕਿਸਾਨ ਪ੍ਰੋਟੈਸਟ ਕਰ ਰਹੇ ਨੇ, ਪਰ ਮੋਦੀ ਸਰਕਾਰ ਸਿਰਫ ਤੇ ਸਿਰਫ ਟੈਕਸ ਦੀ ਚਿੰਤਾ ਦੇ ਵਿੱਚ ਹੈ। ਪਟਿਆਲਾ ਦੇ ਵਿੱਚ ਬਾਲੀਵੁੱਡ ਅਦਾਕਾਰਾ ਜਾਨਵੀ ਕਪੂਰ ਦੀ ਫਿਲਮ ਗੁੱਡ ਲੱਕ ਜੈਰੀ ਦੀ ਟੀਮ ਨੂੰ ਮੁੜ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਜਾਨਵੀ ਕਪੂਰ ਦੀ ਫਿਲਮ ਦੀ ਸ਼ੂਟਿੰਗ ਮੁੜ ਰੁਕਵਾ ਦਿੱਤੀ। ਕਿਸਾਨਾਂ ਨੇ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਬਾਰੇ ਫਿਲਮੀ ਅਦਾਕਾਰਾਂ ਦੇ ਵੱਲੋਂ ਚੁੱਪੀ ਵੱਟੀ ਹੋਈ ਹੈ, ਇਸ ਕਰਕੇ ਅਸੀਂ ਸ਼ੂਟਿੰਗ ਦਾ ਵਿਰੋਧ ਕਰ ਰਹੇ ਹਾਂ। ਕਿਸਾਨਾਂ ਦੀ ਟਰੈਕਟਰ ਪਰੇਡ ਦੇ ਵਿੱਚ ਝਾਕੀਆਂ ਵੀ ਕੱਢੀਆਂ ਜਾਣਗੀਆਂ ਤੇ ਸਭ ਤੋਂ ਪਹਿਲੀ ਝਾਕੀ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੀ ਹੋਏਗੀ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਵਿਲੱਖਣ ਰਾਜ ਦੇ ਵਿੱਚ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ। ਉਹਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਹੱਕ ਦਿੱਤੇ ਸੀ, ਜਿਹੜੇ ਸਿਰਫ ਤੇ ਸਿਰਫ ਵਾਹੀ ਕਰਦੇ ਹੁੰਦੇ ਸੀ ਤੇ ਵੱਡੇ ਜ਼ਿਮੀਂਦਾਰਾਂ ਨੂੰ ਪੈਸੇ ਕਮਾ ਕੇ ਦਿੰਦੇ ਸੀ। ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਨਿਯਮ ਬਦਲੇ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਹਰ ਕਿਸਾਨ ਆਪਣੀ ਜ਼ਮੀਨ ਦਾ ਮਾਲਕ ਹੈ, ਚਾਹੇ ਉਹ ਛੋਟਾ ਹੋਵੇ ਜਾਂ ਫਿਰ ਵੱਡਾ ਹੋਵੇ। ਤੇ ਗਣਤੰਤਰ ਦਿਹਾੜੇ ਮੌਕੇ ਕਿਸਾਨਾਂ ਦੇ ਵੱਲੋਂ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਦੇ ਵਿੱਚ ਇੱਕ ਨਹੀਂ ਬਲਕਿ ਕਈ ਝਾਕੀਆਂ ਸ਼ਾਮਿਲ ਹੋਣਗੀਆਂ, ਜਿਨ੍ਹਾਂ ਦੇ ਵਿੱਚ ਹਰ ਸੂਬੇ ਦੀ ਝਾਕੀ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੀ ਝਾਕੀ ਹੋਏਗੀ ਤੇ ਉਧਰ ਸਰਕਾਰ ਦੇ ਵੱਲੋਂ ਵੀ 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕਰਦਿਆਂ ਪੰਜਾਬ ਦੀ ਝਾਕੀ ਹੈ ਜਿਹੜੀ ਉਹ ਕੱਢੀ ਜਾਏਗੀ। ਇਸ ਵਾਰੀ ਪੰਜਾਬ ਦੀ ਝਾਕੀ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਹੀ ਹੋਵੇਗੀ। ਦਿੱਲੀ ਦੇ ਵਿੱਚ ਗਣਤੰਤਰ ਦਿਵਸ ਪਰੇਡ ਦੀ ਫੁੱਲ ਡਰੈਸ ਰਿਹਰਸਲ ਹੋਈ, ਜਿਹਦੇ ਵਿੱਚ ਪੰਜਾਬ ਦੀ ਇਹ ਝਾਕੀ ਦਿਖਾਈ ਦਿੱਤੀ। ਸਰਕਾਰੀ ਬੁਲਾਰਿਆਂ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਦਰਸਾਉਂਦੀ ਸਮੁੱਚੀ ਝਾਕੀ 4 ਚਫੇਰੇ ਰੂਹਾਨੀਅਤ ਦਾ ਪਸਾਰ ਕਰੇਗੀ। ਟਰੈਕਟਰ ਵਾਲੇ ਅਗਲੇ ਹਿੱਸੇ ਤੇ ਪਾਵਨ ਪਾਲਕੀ ਸਾਹਿਬ ਸੁਸ਼ੋਭਿਤ ਹੋਵੇਗੀ। ਟ੍ਰੇਲਰ ਵਾਲੇ ਹਿੱਸੇ ਦੇ ਸ਼ੁਰੂ ਦੇ ਵਿੱਚ ਪ੍ਰਭਾਤ ਫੇਰੀ ਦਰਸਾਈ ਜਾਏਗੀ ਤੇ ਸੰਗਤ ਕੀਰਤਨ ਕਰਦੀ ਦਿਖਾਈ ਦੇਵੇਗੀ। ਟ੍ਰੇਲਰ ਦੇ ਆਖਰੀ ਹਿੱਸੇ ਵਿੱਚ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਨੂੰ ਦਰਸਾਇਆ ਜਾਏਗਾ।
ਪੰਜਾਬ ਦੀ ਝਾਕੀ ਨੂੰ ਲਗਾਤਾਰ 5ਵੇਂ ਸਾਲ ਗਣਤੰਤਰ ਦਿਵਸ ਪਰੇਡ ਦੇ ਲਈ ਚੁਣਿਆ ਗਿਆ। 2019 ਵਿੱਚ ਪੰਜਾਬ ਦੀ ਝਾਕੀ ਨੇ ਸ਼ਾਨਦਾਰ ਪ੍ਰਾਪਤੀ ਦਰਜ ਕਰਦਿਆਂ ਤੀਜਾ ਥਾਂ ਵੀ ਹਾਸਲ ਕੀਤਾ ਸੀ। ਉਦੋਂ ਜਲਿਆਂਵਾਲਾ ਬਾਗ ਕਤਲੇਆਮ ਦੀ ਝਾਕੀ ਨੇ ਸਭ ਪਾਸੇ ਪ੍ਰਸ਼ੰਸਾ ਖੱਟੀ ਸੀ। ਇਸ ਤੋਂ ਪਹਿਲਾਂ 1967 ਤੇ 1982 ਵਿੱਚ ਵੀ ਪੰਜਾਬ ਦੀ ਝਾਕੀ ਤੀਜੇ ਥਾਂ ਤੇ ਰਹੀ ਸੀ। ਉਧਰ ਅੰਮ੍ਰਿਤਸਰ ਦੇ ਵਿੱਚ ਸਾਕਾ ਜਲਿਆਂਵਾਲਾ ਬਾਗ ਨੂੰ ਸਮਰਪਿਤ ਇੱਕ ਹੋਰ ਯਾਦਗਾਰ ਬਣਾਉਣ ਦੇ ਹੋ ਰਹੇ ਵਿਰੋਧ ਦੇ ਬਾਵਜੂਦ 25 ਜਨਵਰੀ ਨੂੰ ਰਣਜੀਤ ਐਵੀਨਿਊ ਸਥਿਤ ਆਨੰਦ ਅੰਮ੍ਰਿਤ ਪਾਰਕ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਯਾਦਗਾਰ ਦਾ ਨੀਂਹ ਪੱਥਰ ਰੱਖਿਆ ਜਾਏਗਾ। ਹਾਲਾਂਕਿ ਇਹ ਕੁਝ ਵੀ ਸਪਸ਼ਟ ਨਹੀਂ ਹੈ ਕਿ ਮੁੱਖ ਮੰਤਰੀ ਖੁਦ ਇਸ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਲਈ ਜਾਣਗੇ ਜਾਂ ਫਿਰ ਵਰਚੁਅਲ ਤੌਰ ਤੇ ਹੀ ਨੀਂਹ ਪੱਥਰ ਰੱਖਣਗੇ। ਨਵੇਂ ਸਮਾਰਕ ਦਾ ਡਿਜ਼ਾਈਨ ਸੂਬੇ ਦੇ ਆਰਕੀਟੈਕਚਰ ਵਿਭਾਗ ਦੇ ਵੱਲੋਂ ਤਿਆਰ ਕੀਤਾ ਗਿਆ। ਯਾਦਗਾਰੀ ਸਮਾਰਕ ਦੇ ਰੂਪ ਵਿੱਚ 5 ਵੱਖ-ਵੱਖ ਆਕਾਰਾਂ ਦੇ ਚਿੱਟੇ ਰੰਗ ਦੇ ਥੰਮ ਬਣਾਏ ਗਏ ਨੇ। ਹੇਠਲਾ ਧਰਾਤਲੀ ਖੇਤਰ ਗੋਲਾਕਾਰ ਰੂਪ ਦਾ ਹੋਏਗਾ। ਸਮਾਰਕ ਦੇ ਆਲੇ-ਦੁਆਲੇ ਗੋਲਾਕਾਰ ਰੂਪ ਦੇ ਵਿੱਚ ਬਣੀਆਂ ਲਾਲ ਪੱਥਰ ਦੀਆਂ ਛੋਟੀਆਂ ਕੰਧਾਂ ਦੇ ਉੱਤੇ ਸ਼ਹੀਦਾਂ ਦੇ ਨਾਮ ਉਕਰੇ ਹੋਣਗੇ। ਨੇੜੇ ਹੀ ਇੱਕ ਵਿਸ਼ੇਸ਼ ਥਾਂ ਬਣਾਈ ਜਾਵੇਗੀ ਜਿੱਥੇ ਫੁੱਲ ਰੱਖ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਸਕੇਗੀ। ਸ਼ਹੀਦਾਂ ਦੇ ਘਰਾਂ ਅਤੇ ਪਿੰਡਾਂ ਤੋਂ ਲਿਆਂਦੀ ਮਿੱਟੀ ਸਮਾਰਕ ਦੇ ਮੰਚ ਦੇ ਹੇਠਾਂ ਪਾਈ ਜਾਏਗੀ। ਉਧਰ ਜੰਡਿਆਲਾ ਗੁਰੂ ਦੇ ਵਿੱਚ ਕਿਸਾਨ ਅੰਦੋਲਨ ਦੌਰਾਨ ਦਿੱਲੀ ਦੇ ਸਿੰਘੂ ਬਾਰਡਰ ਦੇ ਉੱਤੇ ਸ਼ਹੀਦ ਹੋਏ ਕਿਸਾਨ ਰਤਨ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਇਨਕਲਾਬੀ ਨਾਅਰਿਆਂ ਦੀ ਗੂੰਜ ਦੇ ਵਿੱਚ ਅੰਤਿਮ ਵਿਦਾਇਗੀ ਰਤਨ ਸਿੰਘ ਨੂੰ ਦਿੱਤੀ ਗਈ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਖਾਸ ਤੌਰ ਤੇ ਸ਼ਾਮਿਲ ਹੋਣ ਦੇ ਲਈ ਉਹਨਾਂ ਦੇ ਪਿੰਡ ਪਹੁੰਚੇ। ਪੰਧੇਰ ਨੇ ਕਿਹਾ ਕਿ ਹੁਣ ਤੱਕ ਦਿੱਲੀ ਮੋਰਚਿਆਂ ਵਿੱਚ 75 ਤੋਂ ਵੱਧ ਕਿਸਾਨਾਂ ਮਜ਼ਦੂਰਾਂ ਦੀਆਂ ਮੌਤਾਂ ਹੋ ਚੁੱਕੀਆਂ ਨੇ ਤੇ ਇਹਨਾਂ ਮੌਤਾਂ ਦੇ ਲਈ ਸਿੱਧੇ ਤੌਰ ਤੇ ਮੋਦੀ ਸਰਕਾਰ ਜ਼ਿੰਮੇਵਾਰ ਹੈ। ਕਿਸਾਨ ਰਤਨ ਸਿੰਘ ਦੇ ਸੰਸਕਾਰ ਮੌਕੇ ਨਾਇਬ ਤਹਿਸੀਲਦਾਰ ਜਸਬੀਰ ਸਿੰਘ ਪਹੁੰਚੇ ਤੇ ਉਹਨਾਂ ਦੇ ਪਰਿਵਾਰ ਨੂੰ 5 ਲੱਖ ਦਾ ਚੈੱਕ ਦੇਣ ਦਾ ਐਲਾਨ ਕੀਤਾ ਤੇ 1 ਜੀ ਨੂੰ ਨੌਕਰੀ ਦੇਣ ਦਾ ਵਾਅਦਾ ਵੀ ਕੀਤਾ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਕਹਿੰਦੇ ਨੇ ਕਿ ਗਣਤੰਤਰ ਦਿਵਸ ਪਰੇਡ ਦੇ ਵਿੱਚ ਕਿਸਾਨਾਂ ਨੂੰ ਵੀ ਸੱਦਿਆ ਜਾਣਾ ਚਾਹੀਦਾ ਹੈ। ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਗਣਤੰਤਰ ਦਿਵਸ ਦੀ ਕੌਮੀ ਪਰੇਡ ਵਿੱਚ ਨਾ ਬੁਲਾ ਕੇ ਸਰਕਾਰ ਤੇ ਕਿਸਾਨਾਂ ਵਿਚਕਾਰ ਗਤੀਰੋਧ ਨੂੰ ਤੋੜਨ ਦਾ ਸੁਨਹਿਰੀ ਮੌਕਾ ਗਵਾ ਦਿੱਤਾ ਹੈ। ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਤੇ ਚੰਡੀਗੜ੍ਹ ਦੇ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਸੈਕਟਰ 17 ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਦਿਆਂ ਪੰਜਾਬ ਰਾਜ ਭਵਨ ਵੱਲ ਮਾਰਚ ਕੱਢਿਆ ਪਰ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰਾਹ ਦੇ ਵਿੱਚ ਹੀ ਰੋਕ ਲਿਆ। ਪ੍ਰਦਰਸ਼ਨਕਾਰੀਆਂ ਨੇ ਇਸ ਦਾ ਵਿਰੋਧ ਕਰਦਿਆਂ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਉਹਨਾਂ ਨੇ ਮੌਕੇ ਤੇ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਪੰਜਾਬ ਦੇ ਰਾਜਪਾਲ ਦੇ ਨਾਂ ਮੰਗ ਪੱਤਰ ਵੀ ਸੌਂਪਿਆ। ਜਲੰਧਰ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਖੇਤੀ ਕਾਨੂੰਨ ਤੇ ਲੋਕ ਸੰਘਰਸ਼ ਵਿਸ਼ੇ ਤੇ ਗੰਭੀਰ ਵਿਚਾਰ ਚਰਚਾ ਕੀਤੀ ਗਈ। ਇਸ ਚਰਚਾ ਦੌਰਾਨ ਇਹ ਪੱਖ ਉਭਾਰਿਆ ਗਿਆ ਕਿ ਕੇਂਦਰੀ ਭਾਜਪਾ ਹਕੂਮਤ ਦੇਸੀ ਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ਦੇ ਉੱਤੇ ਦੇਸ਼ ਵਿਰੋਧੀ ਕਾਨੂੰਨ ਧੱਕੇ ਨਾਲ ਮੜਨ ਲਈ ਬਜ਼ਿੱਦ ਹੈ, ਜਦਕਿ ਕਾਨੂੰਨ ਰੱਦ ਕਰਾਉਣ ਲਈ ਉੱਠੇ ਜਨ ਅੰਦੋਲਨ ਦੇ ਵੱਲੋਂ ਮੋਰਚਾ ਫਤਿਹ ਕੀਤੇ ਬਿਨਾਂ ਪੈਰ ਪਿੱਛੇ ਨਾ ਪੁੱਟਣਾ ਬਿਲਕੁਲ ਜਾਇਜ਼ ਹੈ। ਇਸ ਵਿਚਾਰ ਚਰਚਾ ਦੌਰਾਨ NIA ਦਾ ਸੂਬਿਆਂ ਦੇ ਵਿੱਚ ਦਖਲ ਬੰਦ ਕਰਨ ਦੀ ਮੰਗ ਸਮੇਤ ਕਈ ਅਹਿਮ ਮਤੇ ਪਾਸ ਕੀਤੇ ਗਏ। ਉਧਰ ਦਿੱਲੀ ਦੇ ਗਾਜ਼ੀਪੁਰ ਬਾਰਡਰ ਤੋਂ ਖਬਰ ਹੈ ਜਿੱਥੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਯੂਪੀ ਦੇ ਕਿਸਾਨਾਂ ਨੂੰ ਲੈ ਕੇ ਗਾਜ਼ੀਪੁਰ ਬਾਰਡਰ ਪਹੁੰਚ ਗਏ ਨੇ। ਕਿਸਾਨਾਂ ਦੀ ਅਪੀਲ ਤੇ ਮਨਜਿੰਦਰ ਸਿੰਘ ਸਿਰਸਾ ਉੱਤਰ ਪ੍ਰਦੇਸ਼ ਗਏ ਸੀ ਤੇ ਇੱਥੇ ਤਕਰੀਬਨ ਅੱਧੀ ਦਰਜਨ ਜ਼ਿਲ੍ਹਿਆਂ ਦੇ ਵਿੱਚ ਜਿਨ੍ਹਾਂ ਵਿੱਚ ਬਰੇਲੀ, ਲਖੀਮਪੁਰ ਤੇ ਪੀਲੀਭੀਤ ਸ਼ਾਮਿਲ ਹੈ ਉੱਥੋਂ ਕਿਸਾਨਾਂ ਦਾ ਵੱਡਾ ਜਥਾ ਲੈ ਕੇ ਸਿਰਸਾ ਗਾਜ਼ੀਪੁਰ ਪਹੁੰਚ ਗਏ ਨੇ। ਸਿਰਸਾ ਨੇ ਦੱਸਿਆ ਕਿ ਉਹਨਾਂ ਨੇ ਕਿਸਾਨਾਂ ਦੇ ਵਿੱਚ ਯੂਪੀ ਦੇ ਕਿਸਾਨਾਂ ਦੇ ਵਿੱਚ ਵੱਡਾ ਉਤਸ਼ਾਹ ਦੇਖਿਆ ਤੇ ਕਿਸਾਨਾਂ ਦਾ ਵੱਡਾ ਕਾਫਲਾ ਦਿੱਲੀ ਦੇ ਲਈ ਜੋ ਰਵਾਨਾ ਹੋਇਆ ਸੀ ਉਹ ਹੁਣ ਗਾਜ਼ੀਪੁਰ ਬਾਰਡਰ ਪਹੁੰਚ ਗਿਆ। ਸਿਰਸਾ ਨੇ ਕਿਹਾ ਕਿ ਇਹ ਕਿਸਾਨ 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਦੇ ਵਿੱਚ ਸ਼ਾਮਿਲ ਹੋਣਗੇ। ਕੇਂਦਰ ਸਰਕਾਰ ਤੇ 3 ਖੇਤੀ ਬਿੱਲ ਵਾਪਸ ਲੈਣ ਦੇ ਲਈ ਦਬਾਅ ਬਣਾਉਣਗੇ। ਸਿਰਸਾ ਨੇ ਕਿਹਾ ਕਿ ਹੁਣ ਤਾਂ ਮੋਦੀ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣ ਲੈਣੀ ਚਾਹੀਦੀ ਹੈ ਕਿਉਂਕਿ ਹੁਣ ਦੇਸ਼ ਦਾ ਕੋਈ ਅਜਿਹਾ ਸੂਬਾ ਨਹੀਂ ਰਿਹਾ ਜਿੱਥੇ ਕਿਸਾਨ ਇਹਨਾਂ ਬਿੱਲਾਂ ਦੇ ਖਿਲਾਫ ਸੜਕਾਂ ਤੇ ਨਾ ਉਤਰੇ ਹੋਣ। ਮੁੰਬਈ ਦੀ ਆਜ਼ਾਦ ਮੈਦਾਨ ਦੇ ਵਿੱਚ ਅੱਜ ਇੱਕ ਵੱਡੀ ਰੈਲੀ ਹੋਵੇਗੀ ਤਿੰਨੇ ਖੇਤੀ ਕਾਨੂੰਨਾਂ ਦੇ ਖਿਲਾਫ। ਇਸ ਰੈਲੀ ਵਿੱਚ ਸ਼ਾਮਿਲ ਹੋਣ ਲਈ ਮਹਾਰਾਸ਼ਟਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਹਜ਼ਾਰਾਂ ਕਿਸਾਨ ਕੱਲ ਸ਼ਾਮ ਨੂੰ ਹੀ ਮੁੰਬਈ ਪਹੁੰਚ ਗਏ ਸੀ। ਦੱਖਣੀ ਮੁੰਬਈ ਵਿੱਚ ਰੈਲੀ ਵਾਲੇ ਥਾਂ ਤੇ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ ਤੇ ਸੂਬੇ ਦੀ ਰਿਜ਼ਰਵ ਪੁਲਿਸ ਫੋਰਸ ਦੇ ਜਵਾਨ ਇਸ ਥਾਂ ਤੇ ਤਾਇਨਾਤ ਕਰ ਦਿੱਤੇ ਨੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਰੈਲੀ ਤੇ ਨਜ਼ਰ ਰੱਖਣ ਲਈ ਡਰੋਨਾਂ ਦਾ ਇਸਤੇਮਾਲ ਵੀ ਕੀਤਾ ਜਾਏਗਾ। ਕੱਲ ਸਵੇਰੇ ਕਸਾਰਾ ਘਾਟ ਤੋਂ ਵੱਡੀ ਗਿਣਤੀ ਕਿਸਾਨਾਂ ਦੇ ਵੱਲੋਂ 7 ਕਿਲੋਮੀਟਰ ਲੰਬਾ ਮਾਰਚ ਵੀ ਕੱਢਿਆ ਗਿਆ ਜਿਸ ਵਿੱਚ ਔਰਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਆਲ ਇੰਡੀਆ ਕਿਸਾਨ ਸਭਾ ਦੇ ਪ੍ਰਧਾਨ ਅਸ਼ੋਕ ਧਾਵਲੇ ਤੇ ਕਿਸਾਨ ਗੁੱਜਰ ਦੇ ਸੂਬਾ ਪ੍ਰਧਾਨ ਤੇ ਜਨਰਲ ਸਕੱਤਰ ਅਜੀਤ ਨਵਾਲੇ ਦੀ ਅਗਵਾਈ ਹੇਠ ਕੱਢੇ ਗਏ ਇਸ ਮਾਰਚ ਦਾ ਰਾਹ ਵਿੱਚ ਇਗਤਪੁਰੀ ਤੇ ਸ਼ਾਹਪੁਰ ਤਹਿਸੀਲਾਂ ਦੀਆਂ ਫੈਕਟਰੀਆਂ ਦੇ ਸੀਟੂ ਨਾਲ ਸੰਬੰਧਿਤ ਵਰਕਰਾਂ ਨੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਵੀ ਕੀਤਾ। ਅੱਜ ਦੀ ਇਸ ਰੈਲੀ ਦੇ ਵਿੱਚ ਕਾਂਗਰਸ ਦੇ ਵੱਡੇ ਲੀਡਰ ਸ਼ਰਦ ਪਵਾਰ ਵੀ ਸ਼ਾਮਿਲ ਹੋਣਗੇ।
ਸਵੇਰੇ 11 ਵਜੇ ਇੱਕ ਜਨ ਸਭਾ ਹੋਏਗੀ ਤੇ ਪਵਾਰ ਤੋਂ ਇਲਾਵਾ ਸੂਬਾ ਕਾਂਗਰਸ ਦੇ ਪ੍ਰਧਾਨ ਤੇ ਮਾਲ ਮੰਤਰੀ ਬਾਲਾ ਸਾਹਿਬ ਥੋਰਾਟ ਤੇ ਸ਼ਿਵ ਸੈਨਾ ਆਗੂ ਤੇ ਸੈਰ ਸਪਾਟਾ ਮੰਤਰੀ ਆਦਿਤਿਆ ਠਾਕਰੇ ਵੀ ਕਿਸਾਨਾਂ ਨੂੰ ਸੰਬੋਧਨ ਕਰਨਗੇ, ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀ ਰਾਜ ਭਵਨ ਵੱਲ ਮਾਰਚ ਕਰਨਗੇ ਤੇ ਰਾਜਪਾਲ BS ਕੋਸ਼ਿਆਰੀ ਨੂੰ ਇੱਕ ਮੰਗ ਪੱਤਰ ਸੌਂਪਣਗੇ। ਇੱਥੋਂ ਦੇ ਕਿਸਾਨਾਂ ਨੇ ਆਜ਼ਾਦ ਮੈਦਾਨ ਦੇ ਵਿੱਚ 26 ਜਨਵਰੀ ਨੂੰ ਯਾਨੀ ਕਿ ਕੱਲ ਨੂੰ ਗਣਤੰਤਰ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣ ਤੇ ਕਿਸਾਨਾਂ ਤੇ ਮਜ਼ਦੂਰਾਂ ਦੇ ਸੰਘਰਸ਼ ਨੂੰ ਸਫਲ ਬਣਾਉਣ ਦਾ ਅਹਿਦ ਲੈਣ ਦਾ ਵੀ ਫੈਸਲਾ ਲਿਆ ਹੈ। ਮੌਸਮ ਦੀ ਖਬਰ ਵੀ ਦੱਸਾਂਗੇ ਜਾਂਦੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਜਿਹੜੀ ਖਬਰ ਅਸੀਂ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਇਹ ਖਬਰ ਆਖਿਰਕਾਰ ਕੀ ਹੈ ਕਿ ਜਥੇਬੰਦੀਆਂ ਦੇ ਨਾਲ ਆਖਰੀ ਗੱਲਬਾਤ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਬੈਠਕ ਦੀ ਰਣਨੀਤੀ ਤੈਅ ਕਰ ਚੁੱਕੀ ਸੀ ਕਿ ਚਾਹੇ ਕਿਸਾਨ ਜੋ ਮਰਜ਼ੀ ਕਹਿਣ, ਅਸੀਂ ਇਹੀ ਕਹਿਣਾ ਹੈ। ਕਿਸਾਨ ਜਥੇਬੰਦੀਆਂ ਨੂੰ ਖੇਤੀ ਕਾਨੂੰਨਾਂ ਬਾਰੇ ਸਭ ਤੋਂ ਵਧੀਆ ਪੇਸ਼ਕਸ਼ ਉੱਤੇ ਮੁੜ ਵਿਚਾਰ ਕਰਨ ਲਈ ਕਿਸਾਨਾਂ ਦੇ ਨਾਲ ਹੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਇੱਕ ਵੀਡੀਓ ਜਨਤਕ ਕੀਤਾ ਹੈ। ਇਹਦੇ ਵਿੱਚ ਤੋਮਰ ਕਿਸਾਨ ਜਥੇਬੰਦੀਆਂ ਨੂੰ ਸਖਤ ਲਹਿਜ਼ੇ ਦੇ ਵਿੱਚ ਵਾਰਤਾ ਲਈ ਨੈਤਿਕਤਾ ਦੀ ਰੂਪਰੇਖਾ ਤੈਅ ਕਰਨ ਬਾਰੇ ਕਹਿ ਰਹੇ ਨੇ। ਬੈਠਕ ਖਤਮ ਕਰਦਿਆਂ ਤੋਮਰ ਨੇ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਦਰਮਿਆਨ ਹੋਈ ਵਾਰਤਾ ਦੇ ਵਿੱਚ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀ ਭੂਮਿਕਾ ਦੇ ਬਾਰੇ ਵੀ ਮੰਨਿਆ। ਤੋਮਰ ਨੇ ਕਿਹਾ, ਮੈਂ ਖੁਸ਼ ਹਾਂ, ਗੱਲਬਾਤ ਦੇ ਸਾਰੇ ਗੇੜਾਂ ਦੌਰਾਨ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਮੌਜੂਦ ਰਹਿ ਕੇ ਸਾਡੀ ਮਦਦ ਕੀਤੀ ਹੈ। ਇਸ ਤਰ੍ਹਾਂ ਉਹ ਯਾਨੀ ਕਿ ਕੇਂਦਰ ਤੇ ਜਥੇਬੰਦੀਆਂ ਦੇ ਵਿਚਾਲੇ ਪੁਲ ਬਣੇ ਨੇ। ਜਿਸ ਮਿਹਨਤ ਦੀ ਉਹਨਾਂ ਤੋਂ ਆਸ ਸੀ ਉਹਨਾਂ ਨੇ ਉਹ ਕੀਤੀ ਹੈ। ਇਸ ਲਈ ਮੈਂ ਕੇਂਦਰ ਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਾ। ਸ਼ੁੱਕਰਵਾਰ 4 ਘੰਟੇ ਤੋਂ ਵੱਧ ਦੀ ਬੈਠਕ ਦੇ ਵਿੱਚ ਗੱਲਬਾਤ ਸਿਰਫ 30 ਮਿੰਟ ਹੀ ਹੋਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇ ਜਥੇਬੰਦੀਆਂ ਨੂੰ ਲੱਗਦਾ ਹੈ ਕਿ ਵਾਰਤਾ ਵਿਚਾਲੇ 3 ਘੰਟੇ ਦੀ ਬ੍ਰੇਕ ਦੌਰਾਨ ਸਰਕਾਰ ਕਿਸਾਨਾਂ ਨੂੰ ਕੋਈ ਹੋਰ ਪੇਸ਼ਕਸ਼ ਕਰਨ ਬਾਰੇ ਵਿਚਾਰ ਕਰ ਰਹੀ ਸੀ ਤਾਂ ਇਹ ਗਲਤਫਹਿਮੀ ਹੈ। ਸਰਕਾਰ ਉਹਨਾਂ ਨੂੰ ਆਪਣਾ ਫੈਸਲਾ ਵਿਚਾਰਨ ਬਾਰੇ ਕੁਝ ਹੋਰ ਸਮਾਂ ਹੀ ਦੇਣਾ ਚਾਹੁੰਦੀ ਸੀ। ਸੂਤਰ ਦੱਸਦੇ ਨੇ ਕਿ ਕਿਸਾਨ ਜਥੇਬੰਦੀਆਂ ਨੇ ਕਾਨੂੰਨ 18 ਮਹੀਨੇ ਮੁਲਤਵੀ ਕਰਨ ਦੀ ਤਜਵੀਜ਼ ਨਾ ਮੰਨਣ ਬਾਰੇ ਜਦੋਂ ਜਨਤਕ ਤੌਰ ਤੇ ਐਲਾਨ ਕੀਤਾ ਸੀ, ਉਦੋਂ ਹੀ ਸਰਕਾਰ ਨੇ ਆਪਣੀ ਰਣਨੀਤੀ ਵਾਰਤਾ ਦੇ ਅਗਲੇ ਗੇੜ ਦੇ ਲਈ ਤੈਅ ਕਰ ਲਈ ਸੀ। ਯਾਨੀ ਕਿ ਇੱਕ ਦਿਨ ਪਹਿਲਾਂ ਹੀ ਕਿਸਾਨਾਂ ਨੇ ਐਲਾਨ ਕਰ ਦਿੱਤਾ ਸੀ ਕਿ ਅਸੀਂ ਸਰਕਾਰ ਦੀ ਤਜਵੀਜ਼ ਨੂੰ ਰੱਦ ਕਰਦੇ ਹਾਂ ਤੇ ਉਦੋਂ ਹੀ ਉਸ ਦਿਨ ਹੀ ਨਰਿੰਦਰ ਤੋਮਰ ਨੇ ਅਮਿਤ ਸ਼ਾਹ ਦੇ ਨਾਲ ਬੈਠਕ ਵੀ ਕੀਤੀ ਸੀ ਤੇ ਉਦੋਂ ਹੀ ਸਰਕਾਰ ਨੇ ਤੈਅ ਕਰ ਲਿਆ ਸੀ ਕਿ ਅਸੀਂ ਕੱਲ ਨੂੰ ਕਰਨਾ ਕੀ ਹੈ। ਪਰ ਸਵਾਲ ਉੱਠਦਾ ਹੈ ਕਿ ਫਿਰ ਇੰਨੀ ਲੰਬੀ ਬੈਠਕ ਖਿੱਚਣ ਦਾ ਕੀ ਮਤਲਬ ਸੀ? 3.5 ਘੰਟੇ ਬੈਠਕ ਦੇ ਵਿੱਚ ਬ੍ਰੇਕ ਕਿਉਂ ਪਾਈ ਗਈ? ਕੀ ਕਿਸਾਨਾਂ ਨੂੰ ਸਿਰਫ ਤੇ ਸਿਰਫ ਉਹਨਾਂ ਦਾ ਅਪਮਾਨ ਕਰਨਾ ਸੀ? ਇਹ ਕਿਸਾਨ ਲੀਡਰਾਂ ਨੇ ਖੁਦ ਬੈਠਕ 'ਚੋਂ ਬਾਹਰ ਆ ਕੇ ਕਿਹਾ ਵੀ ਸੀ। ਤੋਮਰ ਨੇ ਆਖਰੀ ਬੈਠਕ ਵਿੱਚ ਕਿਸਾਨ ਲੀਡਰਾਂ ਮੂਹਰੇ ਨੈਤਿਕਤਾ ਦੀ ਗੱਲ ਕੀਤੀ ਤੇ ਕਿਹਾ ਕਿ ਆਮ ਤੌਰ ਉੱਤੇ ਵਾਰਤਾ ਦੌਰਾਨ ਕੋਈ ਨਵਾਂ ਸੰਘਰਸ਼ ਨਹੀਂ ਉਲੀਕਿਆ ਜਾਂਦਾ, ਜਦਕਿ ਤੁਸੀਂ ਗੱਲਬਾਤ ਲਈ ਵੀ ਆ ਰਹੇ ਹੋ ਤੇ ਨਵਾਂ ਸੰਘਰਸ਼ ਵੀ ਐਲਾਨ ਦਿੰਦੇ ਹੋ। ਮੌਜੂਦਾ ਸਥਿਤੀ ਤੇ ਤੋਮਰ ਨੇ ਜਥੇਬੰਦੀਆਂ ਬਾਰੇ ਇੱਕ ਹੋਰ ਗੱਲਬਾਤ ਕਰਦਿਆਂ ਕਿਹਾ ਕਿ ਉਹ ਅੱਗੇ ਨਹੀਂ ਵਧ ਪਾ ਰਹੇ ਕਿਉਂਕਿ ਜਿਹੜੀ ਦੂਰਦ੍ਰਿਸ਼ਟੀ ਵਾਰਤਾ ਦੌਰਾਨ ਹੋਣੀ ਚਾਹੀਦੀ ਸੀ ਉਹ ਹੈ ਹੀ ਨਹੀਂ। ਮਗਰੋਂ ਕੇਂਦਰੀ ਮੰਤਰੀ ਨੇ ਮੀਡੀਆ ਨੂੰ ਦੱਸਿਆ, ਹੱਲ ਸੰਭਵ ਨਹੀਂ ਹੁੰਦਾ ਜਦੋਂ ਸੰਘਰਸ਼ ਦੀ ਪਵਿੱਤਰਤਾ ਗੁਆਚ ਜਾਵੇ। ਸੋ BJP ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਵੱਲੋਂ ਇਹ ਵੀਡੀਓ ਜਨਤਕ ਕੀਤੀ ਗਈ ਹੈ, ਜਿਸ ਦੇ ਵਿੱਚ ਦੱਸ ਦਿੱਤਾ ਗਿਆ ਕਿ ਕੇਂਦਰ ਸਰਕਾਰ ਪਹਿਲਾਂ ਹੀ ਬੈਠਕ ਦੀ ਰਣਨੀਤੀ ਮਿੱਥ ਚੁੱਕੀ ਸੀ। ਮੌਸਮ ਦੀ ਗੱਲ ਕਰ ਲਈਏ ਤਾਂ ਕੜਾਕੇ ਦੀ ਠੰਡ ਨੇ ਵੀ ਕਾਂਬਾ ਛੇੜ ਰੱਖਿਆ। ਉੱਤਰੀ ਭਾਰਤ ਦੇ ਵਿੱਚ ਸੰਘਣੀ ਧੁੰਦ ਪੈ ਰਹੀ ਹੈ, ਸੀਤ ਲਹਿਰ ਚੱਲ ਰਹੀ ਹੈ। ਇਸ ਦੇ ਨਾਲ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਦਾ ਜਿਹੜਾ ਜਨਜੀਵਨ ਹੈ ਜ਼ਰੂਰ ਪ੍ਰਭਾਵਿਤ ਹੋਇਆ। ਚੰਡੀਗੜ੍ਹ ਦੇ ਵਿੱਚ ਕੱਲ ਦੇਰ ਰਾਤ ਮੀਂਹ ਪੈਣ ਕਾਰਨ ਸ਼ਹਿਰ ਦੇ ਵਿੱਚ ਠੰਡ ਵੱਧ ਗਈ ਹੈ। ਚੰਡੀਗੜ੍ਹ ਵਿੱਚ ਦਿਨ ਦਾ ਤਾਪਮਾਨ ਕੱਲ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਦੀਆਂ ਸੜਕਾਂ ਸੁੰਨਸਾਨ ਨੇ। ਹੁਣ ਸੁਖਨਾ ਝੀਲ, ਰੌਕ ਗਾਰਡਨ, ਰੋਜ਼ ਗਾਰਡਨ ਸਣੇ ਸ਼ਹਿਰ ਦੇ ਵਿੱਚ ਘੁੰਮਣ ਵਾਲੀਆਂ ਥਾਵਾਂ ਤੇ ਵੀ ਲੋਕਾਂ ਦੀ ਆਮ ਨਾਲੋਂ ਘੱਟ ਗਿਣਤੀ ਹੀ ਦਰਜ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 3-4 ਦਿਨਾਂ ਦੌਰਾਨ ਉੱਤਰੀ ਤੇ ਕੇਂਦਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਠੰਡ ਤੇ ਮੈਦਾਨੀ ਇਲਾਕਿਆਂ ਵਿੱਚ ਸੀਤ ਲਹਿਰ ਹੋਰ ਵਧਣ ਦੀ ਸੰਭਾਵਨਾ ਹੈ। ਜੰਮੂ ਕਸ਼ਮੀਰ ਤੋਂ ਕੱਲ ਪੱਛਮੀ ਗੜਬੜੀ ਦੇ ਉੱਤਰ ਪੂਰਬ ਵੱਲ ਵਧਣ ਨਾਲ 25 ਜਨਵਰੀ ਤੋਂ ਯਾਨੀ ਕਿ ਅੱਜ ਤੋਂ ਉੱਤਰੀ ਮੈਦਾਨਾਂ ਵਿੱਚ ਖੁਸ਼ਕ ਉੱਤਰ ਪੱਛਮੀ ਪੌਣਾ ਚੱਲਣ ਦੀ ਸੰਭਾਵਨਾ ਹੈ, ਜੋ ਬਾਅਦ ਵਿੱਚ 3-4 ਦਿਨ ਭਾਰਤ ਦੇ ਉੱਤਰੀ ਮੈਦਾਨਾਂ ਦੇ ਨੇੜੇ ਤੇ ਕੇਂਦਰੀ ਤੇ ਪੱਛਮੀ ਹਿੱਸਿਆਂ ਦੇ ਵਿੱਚ ਰਹਿ ਸਕਦੀਆਂ ਨੇ। ਮੌਸਮ ਵਿਭਾਗ ਦੇ ਮੁਤਾਬਿਕ 26 ਜਨਵਰੀ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼ ਤੇ ਉੱਤਰੀ ਰਾਜਸਥਾਨ ਦੇ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਰਾਜਸਥਾਨ ਵਿੱਚ 25 ਤੋਂ 27 ਜਨਵਰੀ ਤੱਕ, ਜਦਕਿ ਪੱਛਮੀ ਉੱਤਰ ਪ੍ਰਦੇਸ਼ ਤੇ ਪੱਛਮੀ ਮੱਧ ਪ੍ਰਦੇਸ਼ ਵਿੱਚ 26 ਤੋਂ 27 ਜਨਵਰੀ ਤੱਕ ਠੰਡ ਦਾ ਕਹਿਰ ਵਧਣ ਤੇ ਸੀਤ ਲਹਿਰ ਚੱਲਣ ਦੀ ਸੰਭਾਵਨਾ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੀ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਿਹਾ ਕਰੋ। ਧੰਨਵਾਦ।